KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 29 ਜੂਨ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRPA 1110 AM ਤੇ। स्टूडियो का नंबर है 604 592 91 91 604 5929191। प्रोग्राम स्वागत करते हैं डॉक्टर शिंदर पुरेवाल जी का। डॉक्टर साहब प्रोग्राम तुहाडा स्वागत है जी। गुड मॉर्निंग। गुड मॉर्निंग डॉक्टर साहब। गलबात का सिलसिला शुरू करते हैं जी। सियासत जिहड़ी हैगी आ उहदे तो ब्रिटिश कोलंबिया के जिहड़े अपने प्रीमियर हैगे जॉन हॉर्गन उन्होंने एक वड्डा ऐलान किया कल ਤੇ ਉਹਨਾਂ ਨੇ ਕਿਹਾ ਕਿ ਉਹ 2024 ਚ ਹੋਣ ਜਾ ਰਹੀਆਂ ਸੂਬਾਈ ਚੋਣਾਂ ਨਹੀਂ ਲੜਨਗੇ ਤੇ ਉਹ ਉਸ ਤੋਂ ਪਹਿਲਾਂ ਆਪਣੇ ਪ੍ਰੀਮੀਅਰ ਦਾ ਜਿਹੜਾ ਅਹੁਦਾ ਉਹ ਵੀ ਛੱਡ ਦੇਣਗੇ ਤੇ ਉਹਨਾਂ ਨੇ ਕਿਹਾ ਆ ਕਿ ਹੁਣ ਲੀਡਰਸ਼ਿਪ ਦੌੜ ਜਿਹੜੀ ਹੈਗੀ ਆ ਉਹ ਸ਼ੁਰੂ ਕਰ ਦੇਣੀ ਚਾਹੀਦੀ ਹੈ। ਐਗਜ਼ੈਕਟਿਵ ਨੂੰ ਉਹਨਾਂ ਨੇ ਕਹਿ ਦਿੱਤਾ। ਇਸ ਸਾਰੀ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇੱਥੇ BC ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇੱਕ ਪ੍ਰੀਮੀਅਰ ਕੋਈ 4.25 ਸਾਲ ਔਸਤਨ ਕੱਢਦਾ। ਹਾਂਜੀ, ਇਹਨਾਂ ਨੇ 5 ਸਾਲ ਕੱਢੇ ਆ ਜੀ। ਇਹਨਾਂ ਦੀ ਇੱਕ ਬਦਕਿਸਮਤੀ ਇਹ ਵੀ ਆ, ਇਹਨਾਂ ਨੂੰ ਕੈਂਸਰ ਹੋ ਗਈ ਸੀ। ਹਾਂਜੀ। ਤੋਂ ਉਸ ਤੋਂ ਬਾਅਦ ਜਿਹੜੀ ਕੈਂਸਰ ਦੀ ਟ੍ਰੀਟਮੈਂਟ ਆ ਰੇਡੀਏਸ਼ਨ ਦੇ ਨਾਲ ਉਹ ਸਰੀਰ ਨੂੰ ਇੰਨਾ ਖੋਖਲਾ ਕਰ ਦਿੰਦੀ ਹੈ। ਉਹਨਾਂ ਨੇ ਮੰਨਿਆ ਵੀ ਕਿ ਮੈਨੂੰ ਸ਼ਾਮ ਤਾਈਂ ਜਦੋਂ ਦਿਨ ਢਲਦਾ ਆ ਤਾਂ ਫਿਰ ਫਟੀਗ ਹੋ ਜਾਂਦੀ, ਥਕਾਵਟ ਹੋ ਜਾਂਦੀ ਪੂਰੀ। ਸੋ ਇਸ ਕਰਕੇ ਜਾ ਰਹੇ ਹੋ ਤੇ ਇਹਦੇ ਨਾਲ ਹੀ NDP ਦੀ ਐਗਜ਼ੈਕਟਿਵ ਪਤਾ ਕਰੂਗੀ ਕਦੋਂ ਡੇਟ ਸੈੱਟ ਕਰਨੀ ਹੈ, ਕੀ ਰੂਲਸ ਬਣਾਉਣੇ ਨੇ। ਤੇ ਜੇ ਅਸੀਂ ਦੇਖੀਏ ਇਤਿਹਾਸ ਦੇ ਵਿੱਚ ਪਹਿਲਾਂ 19ਵੀਂ ਸਦੀ ਦੇ ਵਿੱਚ 1871 ਤੋਂ 1900 ਤਾਈਂ, ਜਦੋਂ 1871 ਚ BC ਨੇ ਜੁਆਇਨ ਕੀਤਾ ਕਨਫੈਡਰੇਸ਼ਨ, ਉਸ ਵੇਲੇ ਪਹਿਲੇ ਜਿਹੜੇ ਮਿਨਿਸਟਰ ਸਾਡੇ ਪ੍ਰੀਮੀਅਰ ਬਣੇ ਨਾ ਉਹਨਾਂ ਦੀ ਕੋਈ ਪਾਰਟੀ ਨਹੀਂ ਸੀ। ਉਹ ਆਪਣੇ ਆਪ ਉਦੋਂ ਪਾਰਟੀ ਤੋਂ ਬਿਨਾਂ ਜਿੱਤਣਾ, ਭਾਵੇਂ ਕਿ ਵੋਟਾਂ ਬਹੁਤ ਘੱਟ ਲੋਕਾਂ ਤੋਂ ਹੁੰਦੀਆਂ ਸੀ, ਉਦੋਂ ਵੋਟ ਪਾਉਣ ਦਾ ਹੱਕ ਘੱਟ ਸੀ ਵੈਸੇ, ਪਰ ਪਾਰਟੀ ਤੋਂ ਬਿਨਾਂ ਜਿਹਨੇ ਜਿੱਤਣਾ ਉਹਦੇ ਵਿੱਚ ਕੋਈ ਧੜੱਲੇਦਾਰ ਲੀਡਰ ਹੀ ਚਾਹੀਦਾ। ਹੁਣ ਤਾਂ ਪਾਰਟੀ ਦੇ ਨਾਲ ਇੱਥੇ ਤੁਸੀਂ ਨਿਊਟਨ ਦੇ ਵਿੱਚ ਬੰਦਾ ਨਾ ਖੜਾ ਕਰੋ, NDP ਜਿੱਤ ਜੂਗੀ। ਜਿੱਦਾਂ ਮਸੂਰੀ ਦੇ ਵਿੱਚ ਹੋਇਆ ਸੀ, ਰਿਪਬਲਿਕਨ ਪਾਰਟੀ ਦਾ ਉਮੀਦਵਾਰ ਮਰ ਗਿਆ, ਉਹ ਜਿੱਤ ਗਿਆ, ਜਿਹੜਾ ਜਿਉਂਦਾ ਉਮੀਦਵਾਰ ਸੀ ਉਹ ਹਾਰ ਗਿਆ। ਸੋ ਹੁਣ ਪਾਰਟੀਆਂ ਜਿੱਤਦੀਆਂ, ਜਿਹੜੇ ਵੀ MLA ਸਾਡੇ ਜਿੱਤੇ ਆ, ਹਾਂਜੀ, ਇਹ ਪਾਰਟੀਆਂ ਨੇ ਜਿੱਤੇ। ਇਹਨਾਂ ਦਾ ਨਾਂ ਲੈਣ ਦੀ ਲੋੜ ਨਹੀਂ ਹੈ। NDP ਜਿੱਤੀ, ਉੱਥੇ ਪਾਰਟੀ ਨੂੰ ਵੋਟ ਪੈਂਦੀ ਆ, ਸੋ ਪਾਰਟੀ ਨੂੰ ਵੋਟ। ਕੁਛ ਇੱਕ ਬੜੇ ਧੜੱਲੇਦਾਰ, ਫਿਰ 19ਵੀਂ ਸਦੀ ਦਾ ਐਂਡ ਹੋਇਆ ਜਦੋਂ 20ਵੀਂ ਸਦੀ ਦੇ ਸ਼ੁਰੂ 'ਚ ਫਿਰ ਕੰਜ਼ਰਵੇਟਿਵ ਪਾਰਟੀ, ਲਿਬਰਲ ਪਾਰਟੀ, ਜਿੱਦਾਂ ਕੈਨੇਡਾ ਦੇ ਵਿੱਚ ਫੈਡਰਲ ਲੈਵਲ ਤੇ ਚੱਲਦਾ ਸੀ। ਸਾਡੇ ਪਹਿਲੇ ਜਿਹੜੇ ਧੜੱਲੇਦਾਰ ਤੁਸੀਂ ਕਹਿ ਸਕਦੇ ਹੋ ਉਹਨਾਂ ਨੂੰ ਲੀਡਰ, ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਪ੍ਰੀਮੀਅਰ ਸੀ, ਉਹ ਸਨ ਪ੍ਰੀਮੀਅਰ ਮਕਬਰਾਈਡ, ਆਇਰਿਸ਼ ਕੈਨੇਡੀਅਨ ਸੀ। ਉਸ ਵੇਲੇ ਆਇਰਿਸ਼ ਕੈਨੇਡੀਅਨ ਦੇ ਨਾਲ ਬਹੁਤ ਧੱਕਾ ਹੁੰਦਾ ਸੀ। ਜੇ ਤੁਸੀਂ ਗਦਰੀ ਬਾਬਿਆਂ ਦਾ ਇਤਿਹਾਸ ਪੜ੍ਹਦੇ ਆ ਨਾ, ਤਾਂ ਉਹ ਅਕਸਰ ਆਇਰਿਸ਼ ਲੋਕਾਂ ਦੇ ਨਾਲ ਮਿਲ ਕੇ ਇੱਥੇ ਬ੍ਰਿਟਿਸ਼ ਦੇ ਖਿਲਾਫ ਲੜਦੇ ਹੁੰਦੇ ਸੀ, ਕਿਉਂਕਿ ਇਹਨਾਂ ਦਾ ਵੀ ਏਮ ਉਹੀ ਸੀ, ਸਾਡਾ ਵੀ ਉਹੀ ਸੀ। ਇਹਨਾਂ ਨੂੰ ਵੀ ਅੰਗਰੇਜ਼ਾਂ ਨੇ ਦਬਾਇਆ ਸੀ, ਸਾਨੂੰ ਵੀ ਅੰਗਰੇਜ਼ਾਂ ਨੇ ਦਬਾਇਆ ਸੀ। ਸੋ ਮਕਬਰਾਈਡ ਨੇ ਉਹਨਾਂ ਤੇ ਇਕਨੋਮਿਕ ਹਿਸਟੋਰੀਅਨਸ ਥੋੜ੍ਹਾ ਜਿਹਾ ਇਲਜ਼ਾਮ ਵੀ ਲਾਉਂਦੇ ਆ ਕਿ ਉਹਨਾਂ ਨੇ ਕਰਜ਼ਾ ਬਹੁਤ ਚੜ੍ਹਾਤਾ ਸੀ BC ਤੇ, ਪਰ ਉਹਨਾਂ ਨੇ ਕੰਮ ਵੀ ਬੜੇ ਧੜੱਲੇਦਾਰ ਕੀਤੇ ਨਾ। ਇੱਕ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਜਿਹੜੀ ਬਹੁਤ ਹੀ ਵੱਡੀ, ਤੁਸੀਂ ਕਹੋ ਕਿ ਇਹ ਕੋਈ ਵੱਡਾ ਲੀਡਰ ਹੀ ਕਰ ਸਕਦਾ ਇੱਦਾਂ ਦੀ ਗੱਲ, UBC ਉਹਨਾਂ ਨੇ ਬਣਾਈ ਸੀ ਜੀ 1908 ਦੇ ਵਿੱਚ। UBC ਅੱਜ ਦੁਨੀਆ ਦੀਆਂ 50 ਯੂਨੀਵਰਸਿਟੀਜ਼ ਤੁਸੀਂ ਦੇਖੋ ਟੌਪ ਦੀਆਂ ਜੀ, ਉਹਨਾਂ ਦੇ ਵਿੱਚੋਂ ਇੱਕ ਹੈ। ਯੈਸ। ਤੇ ਉੱਦਾਂ ਵੀ ਦੇਖੋ ਕਿ ਅੱਧਾ ਵੈਨਕੂਵਰ ਮੱਲਿਆ ਆ ਉਹਨਾਂ ਨੇ। ਤੁਸੀਂ ਜਾ ਕੇ ਦੇਖਦੇ ਬਿਲਡਿੰਗ ਆਫਟਰ ਬਿਲਡਿੰਗ ਆਫਟਰ ਬਿਲਡਿੰਗ। ਮੈਂ ਉੱਥੇ ਜਦੋਂ ਪਹਿਲਾਂ ਇੱਕ ਸਾਲ ਪੜ੍ਹਾਇਆ ਸੀ ਉੱਥੇ UBC, ਤੇ ਮੈਨੂੰ ਜੋ ਕੋਰਸਸ ਉਹਨਾਂ ਨੇ ਸਾਈਨ ਕੀਤੇ ਤੇ ਡਿਪਾਰਟਮੈਂਟ ਵਾਲੇ ਪੁੱਛਦੇ ਕਿ ਤੇਰੀ ਕੋਈ ਹੋਰ ਡਿਮਾਂਡ ਤਾਂ ਨਹੀਂ,
ਮੈਂ ਕਿਹਾ ਵੀ ਮੇਰੀ ਇੱਕ ਡਿਮਾਂਡ ਜ਼ਰੂਰ ਆ, ਤੁਸੀਂ ਮੇਰੇ ਸਾਰੇ ਕੋਰਸਿਸ ਇੱਕੋ ਹੀ ਬਿਲਡਿੰਗ 'ਚ ਰੱਖਿਓ, ਮੈਂ ਤਾਂ ਇੱਥੇ ਬਿਲਡਿੰਗਸ ਦੇਖਦਾ ਕਮਲਾ ਹੋ ਜਾਊਗਾ। ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਸਾਡੀ ਜਿਹੜੀ ਮੇਨ ਬਿਲਡਿੰਗ ਹੈ ਉਹਦੇ 'ਚ ਹੀ ਰੱਖਾਂਗੇ ਉਹਨਾਂ ਨੂੰ। ਸੋ ਇੱਕ ਜਿਹੜੇ ਪ੍ਰੋਜੈਕਟ ਲੀਡਰ ਦਾ ਕੰਮ ਹੁੰਦਾ ਆਗੂ, ਅਸੀਂ ਸਾਰਿਆਂ ਨੂੰ ਆਗੂ ਕਹਿੰਦੇ, ਆਗੂ ਹੁੰਦੇ ਨਹੀਂ ਸਾਰੇ ਵੈਸੇ ਜੀ, ਇਹ ਨੁਮਾਇੰਦੇ ਆ ਇਲੈਕਟਡ। ਆਗੂ ਕੋਈ ਹੁੰਦਾ ਜਿਹੜਾ ਪੂਰੀ ਧੜਲੇਦਾਰੀ ਨਾਲ ਕੰਮ ਕਰਦਾ। ਅਸੀਂ ਆਗੂ ਦੀ ਗੱਲ ਵੀ ਕੀਤੀ ਸੀ, ਮਹਾਰਾਜਾ ਰਣਜੀਤ ਸਿੰਘ ਦੀ। ਹਾਂਜੀ। ਤੇ ਇੱਥੇ ਇਲੈਕਟਡ ਇਹਨਾਂ ਤੇ ਜ਼ੋਰ ਵੀ ਹੁੰਦਾ, ਇਹ ਵੀ ਅਗਲੀ ਇਲੈਕਸ਼ਨ ਵੀ ਜਿੱਤਣੀ ਹੈ। ਕਈ ਗੱਲਾਂ ਸ਼ਾਇਦ ਨਾ ਕਰ ਸਕਣ, ਕਈ ਗੱਲਾਂ ਤੋਂ ਡਰਦੇ ਵੀ ਆ, ਪਰ ਫਿਰ ਵੀ ਕਈ ਧੜਲੇਦਾਰੀ ਨਾਲ ਕੰਮ ਕਰਦੇ ਆ। ਜੇ UBC ਤੋਂ ਪਹਿਲਾਂ ਇੱਥੇ ਕੋਈ ਪੋਸਟ ਸੈਕੰਡਰੀ ਯੂਨੀਵਰਸਿਟੀ ਹੈ ਨਹੀਂ ਸੀ, ਉਹਨਾਂ ਨੇ ਉਹਦੀ ਨੀਂਹ ਪੱਥਰ ਕਰਤੀ ਕਿ BC ਦੇ ਸਟੂਡੈਂਟਸ ਨੂੰ ਇੱਥੋਂ ਜਾਣ ਦੀ ਲੋੜ ਨਹੀਂ। ਜੇ ਤੁਸੀਂ ਕਾਲਜ ਯੂਨੀਵਰਸਿਟੀ ਪੜ੍ਹਨਾ ਹੈ ਤੇ ਇੱਥੇ ਬਣਾਉਣੀ, ਔਰ ਬਣਾਈ ਵੀ ਬੜੀ ਦੁਨੀਆ ਦੇ ਪੱਧਰ ਦੀ ਜੀ, ਐਡੀ ਵੱਡੀ ਯੂਨੀਵਰਸਿਟੀ ਉਹਨਾਂ ਨੇ ਬਣਾਈ। ਤੇ ਉਸ ਤੋਂ ਬਾਅਦ ਸ਼ਾਇਦ ਉਹਨੂੰ ਵੀ ਜਿਹੜਾ ਪ੍ਰੀਮੀਅਰ ਪਟੋਲੋ ਸੀ ਇੱਥੇ, ਜਿਹਦੇ ਨਾਂ ਤੇ ਪਟੋਲੋ ਬ੍ਰਿਜ ਆ, ਤੇ ਉਹ ਇੱਕ ਐਸੇ ਸਮੇਂ 'ਚ ਪ੍ਰੀਮੀਅਰ ਬਣੇ ਜਦੋਂ ਅਸੀਂ ਰਿਸੈਸ਼ਨ ਦੀਆਂ ਗੱਲਾਂ ਕਰਦੇ ਹਾਂ। ਉਹ ਡਿਪਰੈਸ਼ਨ ਆਇਆ ਸੀ ਉਦੋਂ 1929 ਦੇ ਵਿੱਚ ਇੱਥੇ ਡਿਪਰੈਸ਼ਨ ਆਇਆ ਜਦੋਂ ਸਟਾਕ ਮਾਰਕੀਟ ਕ੍ਰੈਸ਼ ਹੋਈ ਆ। ਉਸ ਤੋਂ ਬਾਅਦ ਲੋਕੀ ਬੇਰੁਜ਼ਗਾਰ ਤੁਰੇ ਫਿਰਦੇ ਸੀ, ਬੈਂਕਰਪਸੀਜ਼ ਹੋਈਆਂ, ਲੋਕਾਂ ਨੂੰ ਖਾਣਾ ਨਹੀਂ ਸੀ ਮਿਲਦਾ ਇੱਥੇ ਕੈਨੇਡਾ ਦੇ ਵਿੱਚ ਤਾਂ ਅਮਰੀਕਾ ਦੇ ਵਿੱਚ। ਸੋ ਉਹ ਬੜੇ ਨਾਜ਼ੁਕ ਮੌਕੇ ਤੇ 1933 ਦੇ ਵਿੱਚ ਪ੍ਰੀਮੀਅਰ ਬਣੇ ਤੇ 1941 ਤੱਕ ਰਹੇ, ਤੇ ਕਾਫੀ ਉਹਨਾਂ ਨੇ ਪ੍ਰੋਗਰਾਮ ਲਿਆਂਦੇ ਲੋਕਾਂ ਨੂੰ ਅਸਿਸਟ ਕਰਨ ਲਈ। ਤੇ ਉਸ ਤੋਂ ਬਾਅਦ ਜੇ ਤੁਸੀਂ ਦੇਖਦੇ ਤਾਂ ਜੇ ਵੱਡਾ ਲੀਡਰ ਆਇਆ ਜਿਹਨੇ BC ਬਣਾਤੀ, ਜੇ ਜਿਹੜੀ ਮਾਡਰਨ BC ਅਸੀਂ ਦੇਖਦੇ ਹਾਂ, ਜਿੱਥੇ ਵੱਡੇ ਵੱਡੇ ਪ੍ਰੋਜੈਕਟ ਆ, ਵੱਡੇ ਵੱਡੇ ਹਾਈਵੇਜ਼ ਆ, BCR ਬਣਾਈ ਉਹਨਾਂ ਨੇ, ਉਹ ਹੈਗਾ ਆ WAC ਬੈਨਟ। ਉਹਨਾਂ ਨੇ ਇੱਕ ਹੋਰ ਨਵੀਂ ਲੀਹ ਪਾਤੀ, ਜਿਹੜੀਆਂ ਪੁਰਾਣੀਆਂ ਪਾਰਟੀਆਂ ਡੋਮੀਨੇਟ ਆਈ, ਜਿੱਦਾਂ ਅਕਾਲੀ ਦਲ ਤੇ ਕਾਂਗਰਸ ਆਈ ਜਾਂਦੀ ਪੰਜਾਬ 'ਚ, ਹਾਂਜੀ, ਇੱਥੇ ਵੀ ਕੰਜ਼ਰਵੇਟਿਵ ਪਾਰਟੀ ਆ ਜਾਂਦੀ ਸੀ, ਕਦੇ ਲਿਬਰਲ ਪਾਰਟੀ ਆ ਜਾਂਦੀ, ਕੰਜ਼ਰਵੇਟਿਵ। ਅੱਛਾ, ਉਹਨਾਂ ਨੇ ਇਹ ਤਾਣਾ ਤੋੜ ਦਿੱਤਾ ਇਹਨਾਂ ਦਾ 1952 ਦੇ ਵਿੱਚ, ਬਿਨਾਂ ਇੱਕ ਮਾਈਨਰ ਪਾਰਟੀ ਨੂੰ ਚੱਕ ਕੇ ਤਾਂ ਰੂਲਿੰਗ ਪਾਰਟੀ ਬਣਾਤਾ ਉਹਨਾਂ ਨੇ। 53 ਤੋਂ ਬਾਅਦ ਉਹਨਾਂ ਨੇ ਤਕਰੀਬਨ 4 ਦਹਾਕੇ ਡੋਮੀਨੇਟ ਕੀਤੀ ਉਸ ਪਾਰਟੀ ਨੇ ਇਸ ਸੂਬੇ ਦੀ ਪੋਲਿਟਿਕਸ। ਸਿਰਫ ਤੇ ਸਿਰਫ 3 ਸਾਲ NDP ਦੀ ਸਰਕਾਰ ਆਈ 1972 ਤੋਂ 1975 ਤਾਈਂ। ਉਦੋਂ ਵੀ NDP ਨੇ ਵੀ ਇੱਕ ਵਧੀਆ ਲੀਡਰ, ਧੜਲੇਦਾਰ ਲੀਡਰ ਪੈਦਾ ਕੀਤਾ, ਡੇਵ ਬੈਰਟ। ਉਹ ਬੋਲਣ ਲਈ ਵੀ ਬੜੇ ਤਕੜੇ ਸੀ, ਤੇ ਜਿਹੜੀਆਂ ਗੱਲਾਂ ਉਹ ਕਹਿੰਦੇ ਸੀ ਨਾ ਮੈਂ ਕਰਨੀਆਂ ਆ, ਤਾਂ ਉਹ ਕਰਕੇ ਗਏ। ICBC ਉਹਨਾਂ ਨੇ ਬਣਾਈ, ਵਰਕ ਸੇਫ ਉਹਨਾਂ ਨੇ ਬਣਾਇਆ, ਐਗਰੀਕਲਚਰ ਲੈਂਡ ਰਿਜ਼ਰਵ ਉਹਨਾਂ ਦਾ ਬਣਾਇਆ। ਚਲੋ ਤੁਸੀਂ ਉਹਨਾਂ ਨਾਲ ਸਹਿਮਤ ਹੋਵੋ ਚਾਹੇ ਨਾ ਸਹਿਮਤ ਹੋਵੋ, ਇਹ ਉਹਨਾਂ ਨੇ ਗੱਲਾਂ ਪਹਿਲਾਂ ਕੀਤੀਆਂ, ਫਿਰ ਇੰਪਲੀਮੈਂਟ ਕੀਤੀਆਂ। ਉਹ ਸਾਲ ਤਾਂ ਉਹਨਾਂ ਨੂੰ 3 ਹੀ ਮਿਲੇ 72 ਤੋਂ 75 ਤੱਕ, ਪਰ ਉਹਨਾਂ ਦੀ ਛਾਪ ਛੱਡ ਗਏ। ਅੱਜ ਤਾਈਂ ਸਾਡੇ ਨਾਲ ਚੀਜ਼ਾਂ ਉਹਨਾਂ ਦੀ ਜੋ ਕੁਝ ਉਹਨਾਂ ਨੇ ਕ੍ਰੀਏਟ ਕੀਤਾ ਹੈ। ਤੇ ਉਸ ਤੋਂ ਬਾਅਦ ਸ਼ਾਇਦ ਜੇ ਲੀਡਰ ਦੇ ਤੌਰ ਤੇ, ਆਗੂ ਦੇ ਤੌਰ ਤੇ ਅਸੀਂ ਦੇਖਦੇ ਹਾਂ, ਤੇ ਗਲੈਨ ਕਲਾਰਕ ਸੀ। ਤੁਸੀਂ ਕਹਿ ਲਓ ਕਿ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਵੀ ਆਇਰਿਸ਼ ਕੈਨੇਡੀਅਨ ਪ੍ਰੀਮੀਅਰ ਸੀ, ਤੇ 20ਵੀਂ ਸਦੀ ਦੇ ਅੰਤ ਦੇ ਵਿੱਚ ਇਹ ਵੀ ਆਇਰਿਸ਼ ਕੈਨੇਡੀਅਨ ਪ੍ਰੀਮੀਅਰ ਸੀ। ਇਹਨਾਂ ਦੀ ਬਦਕਿਸਮਤੀ ਇਹ ਹੈ ਕਿ ਜਿਹੜੇ ਇਹਨਾਂ ਨੇ ਪ੍ਰੋਜੈਕਟ ਸ਼ੁਰੂ ਕੀਤੇ ਉਹ ਬਹੁਤੇ ਕਾਮਯਾਬ ਨਹੀਂ ਹੋਏ। ਪਰ ਚਲੋ, ਜਿਹੜਾ ਕਹਿੰਦੇ ਹੁੰਦੇ ਆ ਵੀ ਮੁਸ਼ਕਲ ਉਸ ਬੰਦੇ ਨੂੰ ਆਉਂਦੀ ਜਿਹੜਾ ਕੁਝ ਕਰਦਾ ਹੈ ਜੀ। ਜਿਹੜਾ ਮਰਿਆ ਪਿਆ ਆ ਮੰਜੇ ਤੇ ਸਾਰੀ ਉਮਰ ਖੰਘੀ ਜਾਣਾ, ਉਹਨੂੰ ਕੀ ਮੁਸ਼ਕਲ ਪੈਣੀ? ਕੁਛ ਨਹੀਂ ਹੋਣਾ ਜੀ। ਬਿਲਕੁਲ, ਜਿਹੜਾ ਕੁਝ ਕਰੂਗਾ ਉਹਨੂੰ ਪਏ। ਤਾਂ ਉਸ ਵੇਲੇ ਜੇ ਸਾਡੀ ਕਮਿਊਨਿਟੀ ਪੰਜਾਬੀਆਂ ਵੱਲ ਦੇਖਣਾ ਆ, ਤੇ ਮੇਰਾ ਖਿਆਲ ਸੁਨਹਿਰੀ ਯੁੱਗ ਸੀ ਸਾਡੇ ਲਈ। 3 ਮੰਤਰੀ ਸੀ ਉਹਦੇ ਵਿੱਚ, ਤੇ ਤਿੰਨੇ ਦੇ ਤਿੰਨੇ ਧੜੱਲੇਦਾਰ, ਵੱਡੀਆਂ ਮਿਨਿਸਟਰੀ ਉਹਨਾਂ ਦੇ ਕੋਲ, ਤੇ ਉਹ ਉੱਜਲ ਸਾਂਝ, ਮੋਹਸ ਹੋਤਾ ਤੇ ਹੈਰੀ ਲਾਦੀ। ਹੋ ਸਕਦਾ ਅਸੀਂ ਸਹਿਮਤ ਉਹਨਾਂ ਨਾਲ ਨਾ ਹੋਵਾਂਗੇ, ਪਰ ਜੇ ਕੈਨੇਡੀਅਨ ਪੋਲੀਟੀਸ਼ੀਅਨ ਕੋਈ ਵੀ ਉਹਨਾਂ ਦੇ ਬਰਾਬਰ ਲਿਆ ਖੜਾ ਕਰੋ ਨਾ, ਉਹ ਤਿੰਨੇ ਹੀ ਜਾਣੇ ਬੋਲਣ ਜੋਗੇ ਸੀ, ਤਿੰਨੇ ਹੀ ਜਾਣੇ ਇਸ਼ੂਜ਼ ਸਮਝਦੇ ਸੀ।
ਸੋ ਸੁਨਹਿਰੀ ਯੁੱਗ ਜੇ ਸਾਡੀ ਕਮਿਊਨਿਟੀ ਦਾ ਸੀ ਤਾਂ ਉਹ ਸੀ ਉਸ ਵੇਲੇ। ਵੈਸੇ ਪ੍ਰੀਮੀਅਰ ਤਾਂ ਫਿਰ ਹੋਏ ਬਹੁਤ ਹੋਏ, ਹਰ ਸਵਾ 4 ਸਾਲਾਂ ਬਾਅਦ ਪ੍ਰੀਮੀਅਰ ਬਦਲ ਜਾਂਦਾ। ਹਾਂਜੀ। ਤਾਂ ਮੇਰਾ ਖਿਆਲ ਸਭ ਤੋਂ ਨਖੱਟਾ ਮਾੜਾ ਬੰਦਾ ਗੋਰਡਨ ਕੈਂਪਬੈਲ ਸੀ। ਉਹਨੇ ਹਰ ਕੋਸ਼ਿਸ਼ ਕੀਤੀ ਕਿ ਜਿੱਥੇ ਵੀ ਉਹਨੂੰ ਕਿਤੇ ਲੋਕਾਂ ਦੇ ਵਿੱਚ ਡਿਵੀਜ਼ਨ ਦਿਸੀ ਨਾ, ਉਹਨਾਂ ਨੂੰ ਲੋਕਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ। ਜਿਵੇਂ ਟਿਪੀਕਲ ਅੰਗਰੇਜ਼ ਜਿਹੜਾ ਹੁੰਦਾ ਨਾ, ਜਿਨ੍ਹਾਂ ਨੇ ਜਿੱਦਾਂ ਹਿੰਦੁਸਤਾਨ ਦੇ ਵਿੱਚ ਦੇਖਿਆ, ਹਿੰਦੂ ਮੁਸਲਮਾਨਾਂ ਨੂੰ ਲੜਾਓ, ਹਿੰਦੂ ਸਿੱਖਾਂ ਨੂੰ ਲੜਾਓ, ਮੁਸਲਮਾਨਾਂ ਨੂੰ ਸਿੱਖਾਂ ਨਾਲ ਲੜਾਓ, ਇਹ ਤਾਮਰਾਂ ਨੂੰ ਪੰਜਾਬੀ ਨਾਲ ਲੜਾਓ, ਡਿਵਾਈਡ ਐਂਡ ਰੂਲ। ਉਹ ਟਿਪੀਕਲ ਬੰਦਾ ਗੋਰਡਨ ਕੈਂਪਬੈਲ ਸੀ, ਡਿਵਾਈਡ ਐਂਡ ਰੂਲ ਵਾਲਾ। ਤੇ ਉਹਦੇ ਸਕੈਂਡਲ ਜ਼ਿਆਦਾ ਸੀ। ਹਵਾਈ ਦੇ ਵਿੱਚ ਜਾ ਕੇ ਸ਼ਰਾਬ ਪੀ ਕੇ ਫੜਿਆ ਗਿਆ। ਹੁਣ ਵੀ ਜਿਹਨੂੰ ਉਦੋਂ ਬਾਅਦ ਉਹਨਾਂ ਨੂੰ ਹਾਈ ਕਮਿਸ਼ਨਰ ਬਣਾਤਾ ਲੰਡਨ ਦੇ ਵਿੱਚ, ਉਹ ਉੱਥੋਂ ਵੀ ਸਕੈਂਡਲ ਦੇ ਨਾਲ ਹੀ ਆਏ। ਕੈਨੇਡੀਅਨ ਟੈਕਸ ਪੇਅਰ ਦੇ ਪੈਸੇ ਲੱਗ ਰਹੇ ਸੀ ਉੱਥੇ। ਸਕੈਂਡਲ ਦੇ ਨਾਲ ਨੇੜੇ ਦਾ ਰਿਸ਼ਤਾ ਰਿਹਾ ਉਹਨਾਂ ਦਾ ਪੂਰਾ। ਸਕੈਂਡਲ ਵੀ ਵੱਡੇ ਵੱਡੇ। ਪਰ ਹੁਣ ਆਉਂਦੀ ਹੈ ਗੱਲ ਕਿ ਅਗਲੀ ਲੀਡਰਸ਼ਿਪ ਲਈ ਕੌਣ ਆਊਗਾ ਮੋਰੇ ਜੀ। ਮੇਰਾ ਖਿਆਲ ਸਾਡੀ ਕਮਿਊਨਿਟੀ ਚੋਂ, ਪੰਜਾਬੀਆਂ ਚੋਂ ਜਿਹਦਾ ਨਾਂ ਆ ਰਿਹਾ ਉਹ ਹੈਗਾ ਰਵੀ ਕਾਲੂ। ਹਾਂਜੀ। ਜਿਹੜੇ ਡੈਲਟਾ ਦੇ MLA। ਰਵੀ ਕਾਲੂ ਇੱਕ ਯੋਗ ਵਿਅਕਤੀ ਹੈ, ਵੈਸੇ ਬੋਲਣ ਚੱਲਣ ਲਈ ਵੀ ਠੀਕ ਨੇ। ਤੇ ਦੂਸਰਾ ਜੇ 5 MLAs ਦੇ ਵਿੱਚੋਂ ਕੋਈ ਹੋਰ ਯੋਗਤਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹ ਜਿਨੀ ਸਿਮਜ਼ ਹੈ। ਹਾਂਜੀ। ਜਿਹੜੇ ਪ੍ਰੀਮੀਅਰ ਬਣ ਸਕਦੇ ਜੀ। ਬਿਲਕੁਲ। ਪਰ ਉਹਨਾਂ ਨੇ ਹੁਣ ਅਨਾਉਂਸਮੈਂਟ ਕੀਤੀ ਹੈ ਕਿ ਉਹ ਸਰੀ ਦੇ ਮੇਅਰ ਲਈ ਲੜਨਾ ਉਹਨਾਂ ਨੇ। ਹਾਂਜੀ। ਪਰ ਇਹ ਤਾਂ ਅਸੀਂ ਨਹੀਂ ਦੱਸ ਸਕਦੇ, ਉਹਨਾਂ ਦੇ ਜਿਹੜੇ ਨਜ਼ਦੀਕੀ ਉਹ ਦੱਸ ਸਕਦੇ ਆ ਜੀ ਕਿ ਉਹ ਇੱਕ ਪ੍ਰੀਮੀਅਰ ਬਣਨ ਦੇ ਯੋਗ ਹੈਗੇ ਆ। ਹਾਂਜੀ। BCTF ਦੇ ਟੀਚਰਸ ਯੂਨੀਅਨ ਦੇ ਪ੍ਰੈਜ਼ੀਡੈਂਟ ਰਹੇ ਆ, ਮਿਨਿਸਟਰ ਵੀ ਰਹੇ ਆ, MLA ਰਹੇ ਆ, ਤੇ ਉਹਨਾਂ ਦੀ ਬੋਲੀ ਵੀ ਬੜੇ ਧੜੱਲੇਦਾਰ ਆ। ਹਾਂਜੀ। ਗੱਲ ਵੀ ਚੰਗੀ ਕਰਦੇ ਆ, ਗੱਲ ਨੂੰ ਸਮਝਦੇ ਆ। ਸੋ ਇਸ ਕਰਕੇ ਬਾਕੀ ਡੇਵਿਡ ਈਬੀ ਦੀ ਗੱਲ ਚੱਲਦੀ ਹੈ, ਏਡਰੀਅਨ ਡਿਕਸ ਦੀ ਗੱਲ ਚੱਲਦੀ ਹੈ, ਨੇਥਨ ਕਲਮ ਦੀ ਗੱਲ ਚੱਲਦੀ ਹੈ। ਤੇ ਇਹਨਾਂ ਦੇ ਵਿੱਚੋਂ ਮੇਰਾ ਖਿਆਲ ਜਿੰਨਾ ਪੰਜਾਬੀ ਇਕੱਠੇ ਹੁੰਦੇ ਆ, ਜਦੋਂ ਕਦੇ ਨੋਮੀਨੇਸ਼ਨ ਹੋਣੀ ਹੋਵੇ, ਲੀਡਰਸ਼ਿਪ ਰੇਸ ਹੋਣੀ ਹੋਵੇ, ਤੇ ਰਵੀ ਕਾਲੋਂ ਦੇ ਜ਼ਿਆਦਾ ਚਾਂਸ ਲੱਗਦੇ। ਹਾਂਜੀ। ਪਰ ਬਦਕਿਸਮਤੀ ਇਹ ਆ ਕਿ ਉਹਨਾਂ ਨੇ ਸਾਲ ਕੁ ਤਾਂ ਪ੍ਰੀਮੀਅਰ ਬਣ ਜਾਣਗੇ ਉਹ, ਕਿਉਂਕਿ ਪ੍ਰੀਮੀਅਰ ਨੇ ਇਹ ਕਿਹਾ ਕਿ ਮੈਂ ਚਾਹੁੰਦਾ ਕਿ ਫਾਲ ਦੇ ਵਿੱਚ ਹੀ ਚੱਲ ਜਾਵਾਂ ਜੀ। ਤੇ ਜੇ ਉਸ ਵੇਲੇ ਤਾਂ ਇਲੈਕਸ਼ਨ ਕਰਵਾ ਦਿੰਦੇ ਨੇ ਤਾਂ ਫਿਰ ਉਹਨਾਂ ਦੇ ਕੋਲ ਕੋਈ 1.5 ਸਾਲ ਹੈਗਾ। ਤਾਂ ਉਦੋਂ ਬਾਅਦ ਇਲੈਕਸ਼ਨ ਜਿੱਤਣ ਦੀ ਚਾਂਸ ਹੈਗੇ ਜਾਂ ਨਹੀਂ, ਇਹ ਅਜੇ ਤਾਈਂ ਕਿਆਸ ਰਾਈਆਂ ਆ। ਮੇਰਾ ਖਿਆਲ ਨਹੀਂ ਕੋਈ ਚਾਂਸ ਹੈਗੇ ਇਹਨਾਂ ਦੇ ਦੁਬਾਰਾ 24 ਦੇ ਵਿੱਚ ਆਉਣ ਦੇ। ਪਰ ਅੱਗੇ ਕੀ ਕਹਿੰਦੇ, ਮੈਂ ਇੱਥੇ ਉਹ ਵੀ ਕਹਿੰਦੇ ਹੁੰਦੇ ਹਾਥੀ ਉੜਦੇ ਵੀ ਦੇਖੇ ਆ, ਪਿਗਜ਼ ਫਲਾਈ ਕਹਿੰਦੇ ਹੁੰਦੇ, ਅਸੀਂ ਹਾਥੀ ਉੜਦੇ ਦੇਖੇ ਆ। ਇਹ ਹੋ ਸਕਦਾ। ਹਾਂਜੀ। ਕੁਝ ਵੀ ਸੰਭਵ ਹੈਗਾ ਪੋਲਿਟਿਕਸ ਦੇ ਵਿੱਚ ਜੀ। ਬਿਲਕੁਲ ਡਾਕਟਰ ਸਾਹਿਬ, ਪੋਲਿਟਿਕਸ ਦੇ ਜਿਹੜੇ ਸਮੀਕਰਨ ਆ ਇਹ ਜਦੋਂ ਬਦਲਦੇ ਆ ਪਤਾ ਨਹੀਂ ਲੱਗਦਾ। ਇਹਦੇ ਵਿੱਚ ਜੇ ਦੇਖਿਆ ਜਾਵੇ ਨਾ, ਸਾਡੇ ਗੁਆਂਢੀ ਸੂਬੇ ਦੇ ਵਿੱਚ ਇੱਕ ਪਾਰਟੀ ਨੇ ਕਾਫੀ ਚਿਰ ਡੋਮੀਨੇਸ਼ਨ ਰੱਖੀ, ਪਰ ਇੱਥੇ ਸਾਡੇ ਪਾਰਟੀਆਂ ਬਦਲਦੀਆਂ ਰਹੀਆਂ। ਹਾਂਜੀ। ਜਿਵੇਂ NDP ਦਾ ਸੂਤ ਆਇਆ, ਉਸ ਵੇਲੇ ਇੱਕ ਮੇਜਰ ਧਿਰ ਦੇ ਤੌਰ ਤੇ ਉੱਭਰੀ ਹੈ। ਕਿਸੇ ਜ਼ਮਾਨੇ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਤੇ ਲਿਬਰਲਸ ਹੁੰਦੇ ਸੀ ਉਹੀ ਡੋਮੀਨੇਟ ਕਰਦੇ ਸੀ ਸਾਰਾ ਸੀਨ, ਉਹ ਸੀਨ ਤੋਂ ਹੀ ਚੱਲ ਗਏ। ਹੁਣ ਵੀ ਕੰਜ਼ਰਵੇਟਿਵ ਪਾਰਟੀ ਤਾਂ ਹੈਗੀ ਆ, ਉਹ 4-5% ਵੋਟਾਂ ਲੈਂਦੇ ਹੁੰਦੇ। ਤੇ ਲਿਬਰਲ ਪਾਰਟੀ ਜਿਹੜੀ ਸੀਗੀ ਪਹਿਲਾਂ, ਉਹ ਸਾਰੇ ਕੰਜ਼ਰਵੇਟਿਵ ਉਹਦੇ 'ਚ ਜਾ ਵੜੇ ਬੈਠੇ। ਜਿਹੜੀ ਸੋਸ਼ਲ ਕ੍ਰੈਡਿਟ ਪਾਰਟੀ ਦੇ ਵਿੱਚ ਇਦਾਂ ਹੀ ਹੋਇਆ ਸੀ ਕਿ ਜਦੋਂ ਸੋਸ਼ਲ ਕ੍ਰੈਡਿਟ ਪਾਰਟੀ ਪਾਵਰ 'ਚ ਆ ਗਈ ਨਾ, ਤਾਂ ਉਦੋਂ ਜਿੰਨੇ ਹੀ ਲਿਬਰਲ ਤੇ ਜਿੰਨੇ ਹੀ ਕੰਜ਼ਰਵੇਟਿਵ ਸੀ ਟੌਪ ਦੇ, ਸਾਰੇ ਦੇ ਸਾਰੇ ਸੋਸ਼ਲ ਕ੍ਰੈਡਿਟ ਪਾਰਟੀ 'ਚ ਆ ਵੜੇ। ਹੁਣ BC ਲਿਬਰਲਸ ਆਪਣਾ ਨਾਂ ਵੀ ਚੇਂਜ ਕਰਨਾ ਚਾਹੁੰਦੇ। ਹਾਂਜੀ। ਕਿਉਂਕਿ ਉਹਨਾਂ ਦੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਸ ਆ, ਉਹਨਾਂ ਨੂੰ ਸ਼ਬਦ ਜਿਹੜਾ ਲਿਬਰਲ ਦੰਦੀਆਂ ਵੜਦਾ। ਤਾਂ ਉਹਨਾਂ ਇੱਕ ਗੱਲ ਚੰਗੀ ਹੋ ਜਾਊਗੀ, ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ
ਮਖੌਟਾ ਪਾਇਆ ਨਾ ਇਹਨਾਂ ਨੇ ਕਿ ਅਸੀਂ ਲਿਬਰਲ ਹਾਂ, ਔਰ ਲਿਬਰਲ ਪਾਰਟੀ ਦੇ ਆਗੂ ਜਿਹੜੇ ਆਪਣੇ ਕਹਾਉਂਦੇ ਆ ਸਾਡੀ ਕਮਿਊਨਿਟੀ ਵਿੱਚ, ਉਹ ਲੋਕਾਂ ਨੂੰ ਇਦਾਂ ਹੀ ਦੱਸਦੇ ਕਿ ਲਿਬਰਲ ਪਾਰਟੀ ਆ। ਲੋਕੀ ਸੋਚਦੇ ਕਿ ਫੈਡਰਲ ਲਿਬਰਲ ਪਾਰਟੀ ਦੇ ਨਾਲ ਦੀ BC ਦੀ ਲਿਬਰਲ ਪਾਰਟੀ ਜੁੜੀ ਹੈ। ਹਾਂਜੀ, ਬਿਲਕੁਲ ਨਹੀਂ, ਡਿਫਰੈਂਸ ਆ ਬਹੁਤ। ਫੈਡਰਲ ਲਿਬਰਲ ਪਾਰਟੀ ਹੋ ਰਿਹਾ, BC ਦੀ ਲਿਬਰਲ ਪਾਰਟੀ ਹੋ ਰਿਹਾ। ਹੁਣ ਹੋ ਸਕਦਾ ਇਹਨਾਂ ਦਾ ਨਾਮ ਬਦਲ ਜਾਵੇ ਤੇ ਕਮ ਸੇ ਕਮ ਅਸਲੀ ਚਿਹਰਾ ਸਾਹਮਣੇ ਆ ਜਾਊਗਾ। ਹਾਂਜੀ, ਐਕਚੁਅਲੀ ਇਹ ਸਾਰੇ ਕੰਜ਼ਰਵੇਟਿਵ ਹੈ। ਜਿਹੜੇ ਕੈਵਨ ਫਾਲਕਨ ਹੋਣੀ ਇਹਨਾਂ ਦੇ ਲੀਡਰ ਹੈ, ਉਹ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਹੈ। ਐਕਚੁਅਲੀ ਫੈਡਰਲ ਕੰਜ਼ਰਵੇਟਿਵ ਨੂੰ ਵੀ ਇੱਕ ਵਾਰੀ ਛੱਡ ਗਿਆ ਸੀ। ਕੰਜ਼ਰਵੇਟਿਵ ਦੇ ਵਿੱਚ ਇੱਕ ਗਰੁੱਪ ਆ ਗਿਆ ਸੀ ਬਰਨੀਏ ਦਾ, ਐਕਸਟ੍ਰੀਮ ਰਾਈਟ ਵਿੰਗ ਵਾਲਾ ਜਿਹੜਾ, ਬਿਲਕੁਲ ਇਹ ਉਹਨਾਂ ਨੂੰ ਛੱਡ ਕੇ, ਕੰਜ਼ਰਵੇਟਿਵ ਨੂੰ ਛੱਡ ਕੇ ਉਹਦੇ ਨਾਲ ਜਾ ਲੜੇ ਸੀ। ਤੇ ਹੁਣ ਵੈਸੇ ਵਾਪਸ ਕੰਜ਼ਰਵੇਟਿਵ ਰੈਂਕਸ ਦੇ ਵਿੱਚ ਆਏ ਆ, ਪਰ BC ਲਿਬਰਲ ਪਾਰਟੀ ਦੇ ਲੀਡਰ ਬਣੇ ਆ। ਤੇ ਲੱਗਦਾ ਇਸ ਵੇਲੇ ਇਦਾਂ ਆ ਪਰ ਕਿ BC ਲਿਬਰਲਸ ਫੇਰ ਪਾਵਰ ਦੇ ਵਿੱਚ ਆਉਣਗੇ ਇੱਕ ਵਾਰ 2024 ਦੇ ਵਿੱਚ। ਪਰ ਇੱਥੇ ਜਿੱਦਾਂ ਲੋਕਾਂ ਨੇ ਦੇਖਿਆ ਨਾ ਦੋਹਾਂ ਪਾਰਟੀਆਂ ਨੂੰ, NDP ਤੇ ਲਿਬਰਲ, ਇੱਥੇ ਵੀ ਪੰਜਾਬ ਵਾਲੇ ਹਾਲਾਤ ਬਣਦੇ ਜਾ ਰਹੇ ਆ ਕਿ ਲੋਕੀ ਦੁਖੀ ਆ ਇਹਨਾਂ ਤੋਂ ਵੈਸੇ। ਹਾਂਜੀ, ਦੋਹਾਂ ਤੋਂ। ਪਰ ਤੀਸਰੀ ਧਿਰ ਉੱਠਣ ਵਾਲੀ ਲੱਗੀ ਸੀ ਇੱਥੇ ਗ੍ਰੀਨ ਪਾਰਟੀ। ਉਹਨਾਂ ਨੇ 2017 ਚ ਜਿਹੜੀਆਂ 4 ਸੀਟਾਂ ਜਿੱਤੀਆਂ ਉਹ ਚੱਕ ਕੇ ਝੋਲੀ ਚ ਪਾਤੀਆਂ NDP ਦੇ। ਹਾਂਜੀ, ਉਦੋਂ ਬਾਅਦ ਜਾਂਦੇ ਲੱਗੇ ਉਹ। ਵੈਸੇ ਉੱਠਣ ਦੇ ਉਹਨਾਂ ਦੇ ਚਾਂਸ ਸੀਗੇ। ਜਦੋਂ ਤੁਸੀਂ ਜਿੱਦਾਂ ਜਗਮੀਤ ਸਿੰਘ ਨੇ ਉੱਥੇ ਫੈਡਰਲੀ ਕੀਤਾ ਹੈ ਨਾ, ਚਾਬੀਆਂ ਫੜਾਤੀਆਂ ਜਸਟਿਨ ਟਰੂਡੋ ਨੂੰ ਆਪਣੀ ਪਾਰਟੀ ਦੀਆਂ। ਹਾਂਜੀ, ਉਹਦੇ ਨਾਲ ਅਗਲੀ ਇਲੈਕਸ਼ਨ 'ਚ ਉਹਨਾਂ ਨੂੰ ਪਤਾ ਲੱਗਣਾ ਕਿ ਇਹ ਚਾਬੀਆਂ ਦੇਣ ਦਾ ਨੁਕਸਾਨ ਕਿੰਨਾ ਹੋਇਆ ਜੀ। ਜਦੋਂ ਤੁਸੀਂ ਇੱਕ ਛੋਟਾ ਜਾਨਵਰ ਵੱਡੇ ਹਾਥੀ ਦੇ ਨਾਲ ਪੈ ਜਾਵੇ ਨਾ, ਉਹ ਮਿੱਧਿਆ ਜਾਂਦਾ। ਇਹ ਹਮੇਸ਼ਾ ਹੀ ਇਸੇ ਤਰ੍ਹਾਂ ਜਿਹੜੀਆਂ ਛੋਟੀਆਂ ਪਾਰਟੀਆਂ ਹੈ, ਜਦੋਂ ਅਲਾਇੰਸ ਬਣਾਉਂਦੀਆਂ ਕਿਸੇ ਵੱਡੀ ਪਾਰਟੀ ਦੇ ਨਾਲ, ਤਾਂ ਉਹ ਮਿੱਧੀਆਂ ਜਾਂਦੀਆਂ। ਆ ਬਿਲਕੁਲ BC ਗ੍ਰੀਨਸ ਦਾ ਇਹੀ ਹਾਲ ਹੋਇਆ ਇੱਥੇ। ਤੇ NDP ਦਾ ਅਗਲੀ ਵਾਰ ਨੂੰ ਫੈਡਰਲੀ ਇਹ ਹਾਲ ਹੋਣਾ। ਹੁਣ ਕਿਹੜੀ ਪਾਰਟੀ ਸੂਬੇ ਦੇ ਵਿੱਚ ਸਾਡੇ ਨਿਕਲ ਸਕਦੀ ਹੈ, ਇਹ ਕੋਈ ਲੀਡਰਸ਼ਿਪ ਤੇ ਡਿਪੈਂਡ ਕਰਦਾ ਕਿ ਕੋਈ ਇਦਾਂ ਦੀ ਡਾਇਨੈਮਿਕ ਲੀਡਰਸ਼ਿਪ ਆਵੇ। ਜਾਂ WAC ਬੈਨਟ ਸੀ, ਉਹ ਇਦਾਂ ਦੇ ਲੀਡਰ ਸੀ ਕਿ ਉਹਨਾਂ ਨੇ ਦੋਏ ਲਿਬਰਲਸ ਵੀ ਇਕੱਠੇ ਕਰ ਲਏ ਉਹਨਾਂ ਨੇ ਤੇ ਕੰਜ਼ਰਵੇਟਿਵ ਵੀ ਇਕੱਠੇ ਕਰ ਲਏ। ਹਾਂ, ਫਿਸਕਲ ਕੰਜ਼ਰਵੇਟਿਵ ਜ਼ਰੂਰ ਸੀ ਉਹ, ਪਰ ਸੋਸ਼ਲੀ ਕੰਜ਼ਰਵੇਟਿਵ ਨਹੀਂ ਸੀ। ਉਹਨਾਂ ਦੀਆਂ ਬੜੀਆਂ ਪ੍ਰੋਗਰੈਸਿਵ ਵਿਊਜ਼ ਸੀਗੀਆਂ, ਪ੍ਰੋਗਰੈਸਿਵ ਪ੍ਰੋਗਰਾਮ ਸੀ, ਸਕੀਮਾਂ ਸੀ। ਔਰ ਦੂਸਰਾ ਧੜੱਲੇ ਵਾਲੀ ਗੱਲ ਉਹਨਾਂ ਦੀ ਇਹ ਸੀ ਕਿ ਜਿਹੜੇ ਛੋਟੇ ਛੋਟੇ ਕੰਮ ਕਰਦੇ ਤੋਂ ਡਰਦੇ ਆ ਨਾ, ਉਹਨਾਂ ਨੇ ਕੀਤੇ। ਉਹ ਜਿਹੜੀਆਂ ਉਹਨਾਂ ਨੇ ਨਵੀਆਂ ਯੂਨੀਵਰਸਿਟੀਜ਼ ਬਣਾਈਆਂ, BC ਹਾਈਡਰੋ ਬਣਾਈ, BC ਦੇ ਸਾਰੇ ਹਾਈਵੇ ਬਣਾਏ, BCR ਦੇ ਐਕਸਪੈਂਡ ਕੀਤੀ। ਜੇ ਤੁਸੀਂ ਹੁਣ ਜੇ ਆਪਣੇ ਸੂਬੇ ਦੇ ਵਿੱਚ ਤੁਸੀਂ ਟਰੈਵਲ ਹੀ ਨਹੀਂ ਕਰ ਸਕਦੇ ਤੇ ਉਹਨੂੰ ਮਾਡਰਨਾਈਜ਼ ਕਿੱਦਾਂ ਕਰੋਗੇ? ਹਾਈਵੇ ਬਣਾਉਣ ਵਾਲੇ ਪਹਿਲਾਂ ਉਹੀ ਆ ਜੀ। ਇਦਾਂ ਦੀ ਲੀਡਰਸ਼ਿਪ ਕਿਤੇ ਕਿਤੇ ਆਉਂਦੀ ਆ ਤੇ ਉਹ ਕਿਸਮਤ ਵਾਲੀ ਆ, ਮਤਲਬ ਉਹ ਦੇਸ਼ ਜਾਂ ਉਹ ਸੂਬਾ ਜਿਨ੍ਹਾਂ ਨੂੰ ਇਦਾਂ ਦੀ ਲੀਡਰਸ਼ਿਪ ਮਿਲ ਜਾਂਦੀ ਜੀ। ਤੇ ਅਗਲੀ ਲੀਡਰਸ਼ਿਪ NDP ਕਿਹੋ ਜਿਹੀ ਦੀ, ਜਿਹੜੇ ਇਹਨਾਂ ਦੇ ਮੰਤਰੀਆਂ ਦੇ ਵਿੱਚੋਂ ਤਾਂ ਉਦਾਂ ਧੜੇਦਾਰ ਕੋਈ ਮੰਤਰੀ ਦਿਸਦਾ ਨਹੀਂ ਸਾਨੂੰ। ਹਾਂ, ਕੋਈ ਤੀਜਾ ਬੰਦਾ ਆ ਜਾਵੇ ਤਾਂ ਪਤਾ ਕੋਈ ਨਹੀਂ ਜੀ। ਬਿਲਕੁਲ ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਐਂਗਸ ਰੀਡ ਨੇ ਇੱਕ ਪੋਲ ਕੀਤਾ ਸੀ, ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੇ ਜ਼ਿਆਦਾਤਰ ਕੈਨੇਡੀਅਨਸ ਨੇ ਨਾ, ਦੇਸ਼ ਦੀ ਹਾਲਤ ਨੂੰ ਲੈ ਕੇ ਉਹਨਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਆ। ਪੈਸਿਮਿਸਟਿਕ ਹੈਗੇ ਨੇ, ਉਹ ਬਿਲਕੁਲ ਵੀ ਖੁਸ਼ ਨਹੀਂ ਜਿਸ ਤਰੀਕੇ ਦੇ ਨਾਲ ਇਨਫਲੇਸ਼ਨ ਵੱਧ ਰਹੀ ਹੈ, ਹੈਲਥ ਕੇਅਰ ਸਿਸਟਮ ਦੇ ਵਿੱਚ ਨਿਘਾਰ ਆ ਰਿਹਾ, ਜਿਹੜੀਆਂ ਫੈਮਲੀਜ਼ ਹੈਗੀਆਂ ਨੇ ਉਹਨਾਂ ਨੂੰ ਵੇਟ ਕਰਨੀ ਪੈ ਰਹੀ ਹੈਗੀ ਆ ਆਪਣੀਆਂ ਸਰਜਰੀਜ਼ ਦੇ ਲਈ। ਉਸ ਤੋਂ ਇਲਾਵਾ ਫਿਰ ਜੇ ਇਮੀਗ੍ਰੇਸ਼ਨ ਦਾ ਬੈਕਲੌਗ ਦੇਖਦੇ ਆ ਤੇ ਜਾਂ ਪਾਸਪੋਰਟ ਆਫਿਸ ਦੇ ਬਾਹਰ ਲੰਬੀਆਂ ਕਤਾਰਾਂ ਦੇਖਦੇ ਆ। ਪਰ ਜੇ ਗੱਲ ਕਰਦੇ ਆ ਆਪਾਂ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਦੀ, ਤਾਂ 59% ਕੈਨੇਡੀਅਨਸ ਨੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਉਹਨੂੰ ਡਿਸਅਪਰੂਵ ਹੀ ਕਰਤਾ। ਇਸ ਪੋਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਪੋਲ ਉਸ ਵੇਲੇ ਆਇਆ ਕਿ ਜਦੋਂ ਤਕਰੀਬਨ ਕੋਈ ਵੀ ਡਿਪਾਰਟਮੈਂਟ ਫੈਡਰਲ ਗਵਰਨਮੈਂਟ ਦਾ, ਪ੍ਰੋਵਿੰਸ਼ੀਅਲ ਸਰਕਾਰ ਦਾ ਦੇਖ ਲਓ, ਕਿਤੇ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ ਲੋਕਾਂ ਨੂੰ। ਹਾਂਜੀ, ਪਾਸਪੋਰਟ ਦੀ
ਕੋਈ ਵੱਡੀ ਇਹ ਇਸ਼ੂ ਨਹੀਂ ਹੈ, ਕੋਈ ਮੰਗਲ ਗ੍ਰਹਿ ਤੇ ਨਹੀਂ ਜਾ ਰਹੇ ਅਸੀਂ, ਪਾਸਪੋਰਟ ਇਸ਼ੂ ਕਰਨਾ, ਤੁਸੀਂ ਹੋਰ ਸਟਾਫ ਹਾਇਰ ਕਰ ਲਓ, ਕੋਈ ਗੱਲ ਨਹੀਂ। ਪਰ ਉਹਦੇ ਬਹਾਨੇ ਜ਼ਰੂਰ ਘੱਟਦੇ ਆ, ਟਾਸਕ ਫੋਰਸ ਬਣਾ ਦੇਣਗੇ। ਇਮੀਗ੍ਰੇਸ਼ਨ ਦੀ ਇੱਕ ਗੱਲ ਕਰ ਲਓ, ਹੈਲਥ ਕੇਅਰ ਦੇਖ ਲਓ, ਇੱਕ ਪੈਂਡੈਮਿਕ ਆਇਆ ਤੇ ਕਰੰਬਲ ਹੋ ਗਿਆ ਹੈ। ਹਾਂਜੀ, ਜੇ ਇਦਾਂ ਦਾ ਪੈਂਡੈਮਿਕ ਹੋਰ ਆ ਜਾਵੇ ਤਾਂ ਕਿੱਥੇ ਜਾਣਗੇ? ਪੈਂਡੈਮਿਕ ਦੇ ਵਿੱਚ ਹੀ ਤਾਂ ਡਾਕਟਰ ਸਾਹਿਬ ਸਾਰਾ ਜਿਹੜੀ ਅਸਲੀਅਤ ਹੈ ਹੈਲਥ ਕੇਅਰ ਸਿਸਟਮ ਦੇ ਸਾਹਮਣੇ ਆਈ ਆ। ਪਤਾ ਲੱਗਾ ਨਾ, ਵਰਤਿਆ ਇਹਨਾਂ ਨੇ, ਲੋਕਾਂ ਨੇ ਹਸਪਤਾਲ ਜਾ ਕੇ ਵਰਤੇ ਆ, ਤਾਂ ਹੁਣ ਪਤਾ ਲੱਗਾ ਸਾਰਿਆਂ ਬੰਦਿਆਂ ਨੂੰ। ਅੱਗੇ ਉਹਨਾਂ ਨੂੰ ਹੀ ਪਤਾ ਲੱਗਦਾ ਸੀ ਜਿਹੜੇ ਹਸਪਤਾਲਾਂ 'ਚ ਜਾਂਦੇ ਸੀ ਜਾਂ ਡਾਕਟਰਾਂ ਦੇ ਕੋਲ ਜਾਣ ਦੀ ਲੋੜ ਪੈਂਦੀ ਸੀ। ਜਿਹੜੇ ਲੋਕੀ ਕਹਿੰਦੇ ਸੀ ਨਾ ਕਿ ਵਨ ਆਫ ਦਾ ਬੈਸਟ ਹੈਲਥ ਕੇਅਰ ਸਿਸਟਮ ਆ ਸਾਡਾ, ਹੁਣ ਉਹੀ ਕਹਿੰਦੇ ਕਿ ਵਰਸਟ ਹੋ ਗਿਆ। ਇਹ ਵਰਸਟ ਆ। ਹਾਂਜੀ। ਅੱਛਾ, ਇਹਨਾਂ ਦੇ ਨਾਲ ਡੀਲ ਕਰਨ ਦੇ ਦੋ ਤਰੀਕੇ ਲੱਭਦਾ ਹੈ ਅੱਜ ਕੱਲ੍ਹ ਸਰਕਾਰਾਂ ਨੇ, ਕਿ ਇੱਕ ਤਾਂ ਅਟੈਂਸ਼ਨ ਹੋਰ ਪਾਸੇ ਲਾਓ। ਹਾਂਜੀ। ਦੂਸਰਾ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਕਵਰ ਕਰੋ। ਕਵਰ ਕਰਨ ਦਾ ਇਹ ਵੀ ਤਰੀਕਾ ਹੈ ਨਾ, ਜੋ ਹੁਣ ਅਬੋਰਸ਼ਨ ਦੀ ਇਸ਼ੂ ਤਾਂ ਹੈਗੀ ਆ ਅਮਰੀਕਾ ਦੇ ਵਿੱਚ। ਹਾਂਜੀ। ਜਸਟਿਨ ਟਰੂਡੋ ਇਸ ਫੋਰਸ ਦੇ ਨਾਲ ਬੋਲੇ ਨਾ ਵੀ ਜਿੱਦਾਂ ਘਰੇ ਹੀ ਆ ਗਿਆ ਹੁੰਦਾ ਅਬੋਰਸ਼ਨ ਦੀ ਇਸ਼ੂ। ਫਿਰ G7 ਤੇ ਚਲ ਗਏ, ਉਹਨਾਂ ਨੇ ਕੋਸ਼ਿਸ਼ ਹੈ ਵੀ ਮੈਨੂੰ ਇੱਥੋਂ ਬਾਹਰ ਹੀ ਨਿਕਲਣਾ ਤਾਂ ਚੰਗਾ ਹੈ। ਹਾਂਜੀ। ਇਹਦੇ ਨਾਲ ਮੈਨੂੰ ਇੱਕ ਯਾਦ ਆਉਂਦਾ, ਕਦੀ ਸਾਡੇ ਕੋਈ ਜਾਪਾਨੀ ਕੰਪਨੀ ਜਿਹੜੀ ਟੋਯੋਟਾ ਹੈ ਨਾ, ਉਹਨਾਂ ਦੀ ਮੈਨੇਜਮੈਂਟ ਦੇ ਵਿੱਚੋਂ ਕੋਈ ਬੰਦਾ ਆਇਆ ਸੀ, ਉਹਨੇ ਸੈਮੀਨਾਰ ਦਿੱਤਾ ਉਹਨਾਂ ਦੀ ਸਕਸੈਸ ਤੇ। ਉਹਨੇ ਬੜੀ ਵਧੀਆ ਗੱਲ ਕੀਤੀ, ਜਿਹੜੀ ਕਿ ਅਸੀਂ ਸਰਕਾਰੀ ਜਿੱਦਾਂ ਸਰਕਾਰਾਂ ਕਿੱਦਾਂ ਅੱਜ ਕੱਲ੍ਹ ਆਰਗੇਨਾਈਜ਼ ਕਰਦੀਆਂ, ਉਹਨਾਂ ਕੰਪੇਅਰ ਕਰ ਸਕਦੇ ਹਾਂ, ਉਹਨਾਂ ਤੁਲਨਾ ਕਰ ਸਕਦੇ ਹਾਂ। ਬੋਲਦਾ ਤਾਂ ਜੈਪਨੀਜ਼ ਸੀ, ਉਹਦੇ ਨਾਲ ਟਰਾਂਸਲੇਸ਼ਨ ਕਰੀ ਜਾਂਦੀ ਸੀ ਉਹ ਕੁੜੀ ਇੱਕ। ਤੇ ਉਹ ਕਹਿੰਦਾ ਕਿ ਅਸੀਂ ਵੀ ਜਿੱਦਾਂ ਬਾਕੀ ਕੰਪਨੀਆਂ ਹੁੰਦੀਆਂ ਕਾਰਪੋਰੇਸ਼ਨਸ, ਸਾਡੇ ਕੋਲ ਵੀ ਪਬਲਿਕ ਰਿਲੇਸ਼ਨਸ ਵਾਲੇ ਬੰਦੇ ਆ। ਜਦੋਂ ਕੋਈ ਬੰਦਾ ਆਉਂਦਾ ਸੀ ਨਾ ਸਾਡੇ ਕੋਲ, ਫਾਰ ਐਗਜ਼ਾਮਪਲ ਕੋਈ ਕਹਿ ਦੇ 5 ਸਾਲ ਪੁਰਾਣੀ ਕਾਰ ਆ ਮੇਰੀ, ਇਹਦਾ ਟਰਾਂਸਮਿਸ਼ਨ ਜਾਂਦਾ ਲੱਗਾ, ਕਹਿੰਦਾ ਫਿਰ ਉਹਨੂੰ ਅਸੀਂ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰੀਦੀ ਆ। ਤੂੰ ਗਲਤ ਤੇਲ ਪਾਤਾ ਹੋਣਾ, ਤੂੰ ਉੱਚੇ ਨੀਵੇਂ ਥਾਂ ਤੇ ਖੜੀ ਕਰਦਾ ਹੋਣਾ ਕਾਰ, ਤੂੰ ਬ੍ਰੇਕ ਨਹੀਂ ਲਾਉਂਦਾ ਹੋਣਾ। ਕਹਿੰਦਾ ਮਤਲਬ ਇਹ ਹੁੰਦਾ ਸੀ ਸਾਡਾ, ਉਹਨੂੰ ਦੱਸਣਾ ਵੀ ਤੂੰ ਬੇਵਕੂਫ ਤੂੰ ਹੀ ਆ, ਤੇ ਸਾਡੀ ਕਾਰ ਠੀਕ ਹੈ। ਕਹਿੰਦਾ ਇਹ ਹਾਲਾਤ ਦੇ ਨਾਲ ਸਾਡੀਆਂ ਕਾਰਾਂ ਦੇ ਵਿੱਚ ਕੁਝ ਸੁਧਾਰ ਨਹੀਂ ਆਇਆ। ਕਹਿੰਦਾ ਫਿਰ ਅਸੀਂ ਸਟ੍ਰੈਟਜੀ ਬਦਲੀ ਇੱਕ ਮੈਨੇਜਮੈਂਟ ਦੇ ਤੌਰ ਤੇ। ਅਸੀਂ ਆਪਣੇ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਵਿੱਚ ਕਿਹਾ ਕਿ ਸਾਰਿਆਂ ਲੋਕਾਂ ਨੂੰ ਅਸੀਂ ਦੱਸਣ ਲੱਗੇ ਹਾਂ, ਡੀਲਰਸ਼ਿਪਸ ਨੂੰ, ਸਟਾਫ ਨੂੰ, ਕਿ ਜੇ ਕੋਈ ਬੰਦਾ ਕੰਪਲੇਂਟ ਕਰਦਾ ਨਾ ਸਾਡੀ ਕਾਰ ਬਾਰੇ, ਉਹ ਮਕੈਨਿਕ, ਉਹਨਾਂ ਦੀਆਂ ਡੀਲਰਸ਼ਿਪ ਦੀਆਂ ਮਕੈਨਿਕ ਸ਼ਾਪਸ ਨਾਲ ਕੰਟੈਕਟ ਰੱਖੋ, ਵੀ ਉਹਨਾਂ ਨੂੰ ਦੇਖੋ ਵੀ ਕਿਹੜੇ ਮਾਡਲ ਦੇ ਵਿੱਚ ਕਿਹੜੀ ਗਲਤੀ ਲੱਗਦੀ ਤੁਹਾਨੂੰ, ਤੇ ਉਹਦਾ ਸੋਲੂਸ਼ਨ ਲੱਭੋ ਤੁਸੀਂ। ਫਿਰ ਉਹਨਾਂ ਨੇ ਕਹਿੰਦਾ ਹਰੇਕ ਸਾਲ ਹੀ ਜਿਹੜਾ ਨਵਾਂ ਮਾਡਲ ਲਿਆਉਣਾ ਕਿਸੇ ਵੀ ਕਾਰ ਦਾ, ਉਹਦੇ ਤੇ ਉਹ ਦੇਖ ਦਿੰਦੇ ਸੀ ਪੁਰਾਣੀ ਕਾਰ ਦੇ ਵਿੱਚ ਕਿਹੜੀ ਕਿਹੜੀ ਮੁਸ਼ਕਲ ਸਾਨੂੰ ਆਈ ਹੈ, ਕਿਹੜੀ ਕਿਹੜੀ ਚੀਜ਼ 'ਚ ਸੁਧਾਰ ਕੀਤਾ ਜਾ ਸਕਦਾ। ਕਹਿੰਦਾ ਇਸ ਲੈਵਲ ਤੇ ਅਸੀਂ ਆ ਗਏ ਕਿ ਹੁਣ ਜੇ ਰਿਲਾਇਬਿਲਿਟੀ ਦੇ ਤੌਰ ਤੇ ਗਿਣਿਆ ਜਾਵੇ, ਅਸੀਂ ਕਿਉਂਕਿ ਕਾਰ ਤਾਂ ਰਿਲਾਇਬਿਲਿਟੀ ਦੇ ਤੌਰ ਤੇ ਗਿਣੀ ਜਾਂਦੀ ਹੈ, ਇਹ ਥੋੜ੍ਹਾ ਵੀ ਮੈਂ ਬੜੀ ਲਗਜ਼ਰੀ ਕਾਰ ਲਈ ਆ ਤਾਂ 3 ਵਾਰੀ ਰਿਚਮੰਡ ਨੂੰ ਜਾਣ ਨੂੰ ਖੜੀ ਹੋਈ ਹੋ। ਹਾਂਜੀ। ਰਿਲਾਇਬਲ ਹੋਵੇ, ਇੱਥੋਂ ਜਾਣਾ ਹੈ ਤਾਂ ਰਿਚਮੰਡ ਜਾ ਕੇ ਖੜੀ ਹੋਵੇ। ਤੇ ਇਹਨਾਂ ਦੇ ਵਿੱਚ ਟੋਯੋਟਾ ਨੇ ਇੱਕ ਆਪਣਾ ਨਾਮ ਰੱਖਿਆ ਹੈ, ਰਿਲਾਇਬਿਲਿਟੀ ਇੰਨੀ ਸੋਹਣੀ ਉਹਨਾਂ ਦੀ। ਉਹ ਬਣੀ ਤਾਂ ਆ ਕਿ ਉਹ ਪਬਲਿਕ ਰਿਲੇਸ਼ਨ ਵਾਲੀ ਗੱਲ ਛੱਡਤੀ ਉਹਨਾਂ ਨੇ, ਐਕਚੁਅਲੀ ਉਹਨਾਂ ਨੇ ਡੀਲ ਕਰਨਾ ਸ਼ੁਰੂ ਕੀਤਾ ਕਿ ਪ੍ਰੋਬਲਮ ਹੈ ਕੀ ਜੀ, ਜਿਹਨੂੰ ਸੁਧਾਰਿਆ ਜਾਵੇ। ਕਹਿੰਦਾ ਕੋਈ ਏਡੀ ਗੱਲ ਤਾਂ ਹੈ ਹੀ ਨਹੀਂ ਇੰਜੀਨੀਅਰ ਜਿਹੜੀ ਨਾ ਸੋਲਵ ਕਰ ਸਕਣ। ਉਹਦੇ ਨਾਲ ਕਹਿੰਦਾ ਸਾਡੀ ਕੰਪਨੀ ਦਾ ਨਾਮ ਬਣ ਗਿਆ। ਇਹ ਤੁਸੀਂ ਇਹੀ ਗੱਲ ਨੂੰ ਤੁਸੀਂ ਸਰਕਾਰਾਂ ਤੇ ਲਾ ਲਓ, ਇਹ ਤਾਂ ਕਾਰਪੋਰੇਸ਼ਨ ਹੈ ਨਾ, ਪ੍ਰਾਈਵੇਟ ਹੈ। ਹਾਂਜੀ। ਸਰਕਾਰਾਂ ਦੇ ਵਿੱਚ ਹੁਣ ਜਿੰਨੀਆਂ ਵੀ ਸਟੱਡੀਜ਼ ਆਉਂਦੀਆਂ ਉਹ ਇਹ ਸ਼ੋ ਕਰਦੀਆਂ ਕਿ ਸਭ ਤੋਂ ਵੱਡੀ ਪ੍ਰੋਬਲਮ ਆਹ ਆ ਵੀ ਇਹ ਹਰੇਕ ਪ੍ਰੋਬਲਮ ਨੂੰ, ਹਰੇਕ ਸ਼ਿਕਾਇਤ ਨੂੰ ਪਬਲਿਕ ਰਿਲੇਸ਼ਨ ਦੀ ਪ੍ਰੋਬਲਮ ਸਮਝਦੇ। ਮੀਡੀਆ 'ਚ ਕਿੱਦਾਂ ਹੈਂਡਲ ਕਰਨੀ ਆ, ਸੋਸ਼ਲ ਮੀਡੀਆ 'ਚ ਕਿੱਦਾਂ ਹੈਂਡਲ ਕਰਨੀ। ਹਾਂਜੀ। ਆ ਦੇਖਿਆ ਨੇ ਪੰਜਾਬ ਦੇ ਵਿੱਚ ਕੱਲ ਬਲਵਿੰਦਰ ਸਿੰਘ ਭੁੰਦੜ ਹੋਣਾ ਨੇ ਜਿਹੜਾ ਕੀਤੀ ਪ੍ਰੈਸ ਕਾਨਫਰੰਸ, ਇਹਨਾਂ ਨੇ ਰੌਲਾ ਪਾਇਆ ਦੁਨੀਆ ਭਰ ਦੇ ਵਿੱਚ, ਪੈਟ ਕੇ ਆਮ ਆਦਮੀ ਪਾਰਟੀ ਇਸ ਗੱਲੋਂ ਮਸ਼ਹੂਰ ਆ।
ਪੀਆਰ ਉਹਨਾਂ ਦੀ ਬਹੁਤ ਤਕੜੀ ਆ, ਬਹੁਤ ਹੀ ਜ਼ਬਰਦਸਤ। ਬੀਜੇਪੀ ਦੀ ਸੈਂਟਰ ਦੇ ਵਿੱਚ ਤੇ ਆਮ ਆਦਮੀ ਦੀ ਜੀ, ਇਹਨਾਂ ਦੋਹਾਂ ਦੀ ਪੀਆਰ ਦਾ ਕੋਈ ਮੁਕਾਬਲਾ ਨਹੀਂ। ਹਾਂਜੀ, 21 ਲੱਖ ਰੁਪਈਆ ਅਸੀਂ ਕਹਿੰਦੇ ਬਚਾ ਲਿਆ ਕਿ ਪੇਪਰਲੈਸ ਬਜਟ ਪੇਸ਼ ਕੀਤਾ। ਹਾਂਜੀ, 5 ਕਰੋੜ ਦੇ ਇਸ਼ਤਿਹਾਰ ਦਿੱਤੇ ਉਹਨਾਂ ਨੇ ਅਖਬਾਰਾਂ ਨੂੰ। ਅਖਬਾਰਾਂ ਦੱਸੋ ਕਾਹਤੇ ਛਪਦੀਆਂ? ਉਹ ਪੇਪਰਾਂ ਤੇ ਨਹੀਂ ਛਪਦੀਆਂ। ਜੀ ਜੀ, ਉਹਨਾਂ ਦਾ ਪੇਪਰ ਵੀ ਉਹਨਾਂ ਦਰਖਤਾਂ ਨੂੰ ਕੱਟਿਆਂ ਤੇ ਆਉਂਦਾ, ਜਿਹਨਾਂ ਇਹ ਬਚਾਉਂਦੇ ਸੀ। ਸੋ 21 ਲੱਖ ਬਚਾਉਣ ਲਈ ਤੁਸੀਂ 5 ਕਰੋੜ ਖਰਚ ਦਿੱਤਾ। ਉਹ ਲੋਕਾਂ ਨੂੰ ਦੱਸਣ ਲਈ ਵੀ ਅਸੀਂ 21 ਲੱਖ ਬਚਾਇਆ, ਅਸੀਂ 21 ਲੱਖ ਬਚਾਇਆ। ਹਰ ਇੱਕ ਗੱਲ ਜਿਹੜੀ ਕਰਦੇ ਆ ਪਬਲਿਕ ਰਿਲੇਸ਼ਨ ਲਈ ਕਰਦੇ ਆ। ਹਾਂਜੀ, ਇਹ ਨਹੀਂ ਵੀ ਇਹ ਪੈਸਾ ਅਸੀਂ ਕਿਸੇ ਹੋਰ ਕੰਮ ਤੇ ਲਾ ਦਈਏ। ਲੋਕਾਂ 'ਚ ਆਪਣਾ ਅੱਖ ਚੰਗਾ ਬਣਾਉਣ ਲਈ ਕਰਦੇ ਆ। ਹੁਣ ਜਿੱਦਾਂ ਕੋਈ ਬੰਦਾ ਝਾੜੂ ਫੇਰਦਾ ਹੋਵੇ, ਜੇ ਤਾਂ ਉਹ ਗੰਦ ਇਕੱਠਾ ਕਰਕੇ ਬਾਹਰ ਜਾ ਕੇ ਸਿੱਟ ਕੇ ਆਵੇ ਤਾਂ ਫੇਰ ਤਾਂ ਹੋਵੇ ਸਫਾਈ। ਜੇ ਉਹਨੇ ਇੱਕ ਸੌਖਾ ਤਰੀਕਾ ਲੱਭਾ ਹੋਵੇ ਵੀ ਸਾਰਾ ਗੰਦ ਇੱਕ ਥਾਂ ਇਕੱਠਾ ਕਰ ਲੈਣਾ, ਉਦੋਂ ਬਾਅਦ ਉਹਦੇ ਚਿੱਟੀ ਚਾਦਰ ਪਾ ਦੇਣੀ। ਤੇ ਇਹ ਸਰਕਾਰਾਂ ਨੇ ਚਿੱਟੀ ਚਾਦਰ ਪਾਉਣ ਵਾਲੇ ਬਹੁਤ ਰੱਖੇ। ਹਾਂਜੀ, ਵੈਸੇ ਹੈ ਐਕਸਪਰਟ ਉਹ, ਜਿੱਦਾਂ ਉਹ ਸ਼ਬਦਾਵਲੀ ਯੂਜ਼ ਕਰਦੇ ਆ, ਜਿੱਦਾਂ ਦੀਆਂ ਉਹ ਗੱਲਾਂ ਕਰਦੇ, ਦਲੀਲਾਂ ਦਿੰਦੇ ਆ, ਹੁੰਦੀਆਂ ਤਾਂ ਫੋਕੀਆਂ ਦਲੀਲਾਂ ਹੀ ਆ, ਪਰ ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਲੋਕੀ ਇੰਨੇ ਬੇਵਕੂਫ ਨਹੀਂ ਜਿੱਦਾਂ ਇਹ ਸਮਝਦੇ ਆ। ਹੁਣ ਤਾਂ ਹੀ ਤਾਂ ਇਪਸੋ ਪੋਲ ਇਹੀ ਸ਼ੋਅ ਕਰਦਾ ਕਿ ਲੋਕਾਂ ਨੇ ਇਹਨਾਂ ਦੀ ਉਹ ਜਿਹੜੀ ਇਹ ਦੱਸਦੇ ਆ ਨਾ, ਹਰੇਕ ਗੱਲ ਨੂੰ ਡਿਵਰਟ ਕਰਨਾ, ਹਰੇਕ ਗੱਲ ਨੂੰ ਪਰਦਾ ਪਾਉਣਾ, ਲੋਕੀ ਇਸ ਗੱਲ ਤੋਂ ਦੁਖੀ ਹੋਏ। ਹਾਂਜੀ, ਸੋ ਇਹ ਮੇਰਾ ਖਿਆਲ ਇਕੱਲੇ ਪੰਜਾਬ, ਸਾਡੇ ਕੈਨੇਡਾ ਦੇ ਵਿੱਚ ਹੀ ਨਹੀਂ, ਇਹ ਸਾਰੀ ਦੁਨੀਆ ਦੇ ਵਿੱਚ ਆਹ ਕੁਝ ਹੋ ਰਿਹਾ ਜੀ। ਵੈਸੇ ਵੀ ਡਾਕਟਰ ਸਾਹਿਬ, ਜੇਕਰ ਆਪਾਂ ਨੈਟ ਨੈਗੇਟਿਵ ਪਪੂਲੈਰਿਟੀ ਸਕੋਰ ਦੀ ਗੱਲ ਕਰਦੇ ਆ, ਇਸ ਪੋਲ ਦੇ ਵਿੱਚ ਆਇਆ ਤਾਂ ਟਰੂਡੋ ਸਾਹਿਬ ਨੂੰ -11 ਮਿਲਿਆ। ਬਸ ਜੋ ਬਾਈਡਨ ਦੇ ਬਰਾਬਰ ਹੀ ਆ। ਜੀ ਬਿਲਕੁਲ, ਲਾਗੇ ਘਰ ਲੈਣਾ ਚਾਹੀਦਾ ਜੀ ਬਿਲਕੁਲ। ਬਾਈਡਨ ਸਾਹਿਬ ਦੀ ਵੀ ਜਿੱਦਾਂ ਕਹਿ ਲਓ ਕਿ ਤੁਸੀਂ ਰੇਟਿੰਗ ਦਿਨ ਪ੍ਰਤੀ ਦਿਨ ਡਾਊਨ ਹੁੰਦੀ ਜਾ ਰਹੀ ਹੈ, ਤਾਂ ਹੁਣ ਟਰੂਡੋ ਸਾਹਿਬ ਦਾ ਵੀ ਇਹ ਲੋਕੀ ਦੁਖੀ ਆ ਬੇਸਿਕਲੀ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹੁਣ ਚੀਜ਼ਾਂ ਨੂੰ ਹੈਂਡਲ ਕੀਤਾ ਪੈਂਡੈਮਿਕ ਦੇ ਦੌਰਾਨ, ਜਿਸ ਤਰ੍ਹਾਂ ਉਹਨਾਂ ਨੇ ਹੈਂਡਲ ਕੀਤਾ। ਡਾਕਟਰ ਸਾਹਿਬ, ਆਪਾਂ ਰੁੱਖ ਕਰਦੇ ਹਾਂ ਹੁਣ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈਗਾ ਜੀ ਸਾਡੇ ਆਪਣੇ ਸ਼ਹਿਰ ਸਰੀ ਦੇ ਨਾਲ। ਸਰੀ ਦੇ ਵਿੱਚ ਇਲੀਗਲ ਡੰਪਿੰਗ ਨੂੰ ਲੈ ਕੇ ਸਰੀ ਸਿਟੀ ਕਾਉਂਸਲ ਵਾਲਿਆਂ ਨੇ ਇੱਕ ਅਹਿਮ ਕੱਲ ਸਟੇਟਮੈਂਟ ਇਸ਼ੂ ਕੀਤੀ ਹੈਗੀ ਆ। ਉਹਨਾਂ ਦੇ ਅਨੁਸਾਰ 15% ਵਾਧਾ ਹੋਇਆ ਜਿਹੜੇ ਲੋਕੀ ਆਹ ਚੀਜ਼ਾਂ ਸੁੱਟ ਦਿੰਦੇ ਨੇ ਪਬਲਿਕ ਜਗ੍ਹਾ ਦੇ ਉੱਪਰ, ਤੇ ਉਹਨਾਂ ਨੇ ਕਿਹਾ ਕਿ ਇਹਦੇ ਲਈ ਉਹਨਾਂ ਨੂੰ ਹੈਵੀ ਫਾਈਨਸ ਲਗਾਉਣੇ ਚਾਹੀਦੇ ਆ। ਵੋਟਾਂ ਵੀ ਵੈਸੇ ਨੇੜੇ ਹੈਗੀਆਂ ਨੇ, ਤੇ ਹੁਣ ਜਿਹੜੇ ਇਸ਼ੂ ਹੈਗੇ ਆ ਸਰੀ ਦੇ ਵਿੱਚ ਨਜ਼ਰ ਆ ਰਹੇ ਆ, ਜਿਹੜੇ ਜਿਨ੍ਹਾਂ ਦਾ ਲੋਕ ਪਹਿਲਾਂ ਰੌਲਾ ਪਾਉਂਦੇ ਸੀਗੇ, ਐਕਚੁਅਲੀ ਹੁਣ ਸਿਟੀ ਵਾਲਿਆਂ ਨੇ ਵੀ ਉਹਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਖਬਰ ਨੂੰ? ਦੇਖੋ, ਇੱਕ ਤਾਂ ਇਹ ਸਾਡੀ ਸੋਸ਼ਲ ਰਿਸਪੌਂਸਿਬਿਲਿਟੀ ਹੈ ਸਾਰਿਆਂ ਦੀ, ਸਾਰੇ ਨਾਗਰਿਕਾਂ ਦੀ ਜੀ, ਸਰੀ ਵਾਲਿਆਂ ਦੀ, ਇਕੱਲੇ ਕੌਂਸਲ ਵਾਲਿਆਂ ਦੀ ਜਾਂ ਸਰੀ ਦੇ ਮੇਅਰ ਦੀ ਜ਼ਿੰਮੇਵਾਰੀ ਨਹੀਂ। ਉਹਨਾਂ ਦੀ ਇਹ ਆ ਕਿ ਉਹ ਦੇਖਣਗੇ ਜਦੋਂ ਜੇ ਕੋਈ ਬੰਦਾ ਸਿੱਟਦਾ ਆ, ਜੇ ਕਿਤੇ CCTV ਕੈਮਰੇ ਲੱਗੇ ਇਹਨਾਂ ਦੇ, ਜੇ ਫੜਦੇ ਤਾਂ ਫਿਰ ਇੰਪਲੀਮੈਂਟ ਕਿਉਂ ਨਹੀਂ ਕਰਦੇ ਆਪਣੇ ਲਾਜ਼ ਨੂੰ ਜੀ? ਤੁਸੀਂ ਫੌਜ ਰੱਖੀ ਆ ਬਾਈਲਾ ਆਫੀਸਰਸ ਦੀ, ਉਹ ਕਰਦੇ ਕੀ ਆ ਬੈਠੇ? ਦੂਜੀ ਗੱਲ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਲੋਕੀ ਇਹ ਕਨਵੀਨੀਅੰਸ ਲੋਕੀ ਦੇਖਦੇ ਆ ਨਾ। ਹਾਂਜੀ, ਹਰ ਇੱਕ ਬੰਦਾ ਇਹ ਨਹੀਂ ਹੈ ਵੀ ਇੱਥੇ ਡੰਪਿੰਗ ਗਰਾਊਂਡ ਹੈ ਨਹੀਂ ਗੀਆਂ, ਇੱਥੇ ਪਬਲਿਕਲੀ ਜੇ ਕਿਸੇ ਨੇ ਕੋਈ ਚੀਜ਼ ਸਿੱਟਣੀ ਹੋਵੇ, ਐਕਚੁਅਲੀ ਉਹ ਜਗ੍ਹਾ ਹੈਗੀਆਂ ਜੀ। ਬਿਲਕੁਲ, ਤੇ ਉਹ ਕੋਈ ਬਹੁਤੀਆਂ ਦੂਰ ਨਹੀਂ, ਤੁਹਾਨੂੰ ਨਾਰਵੇ ਨਹੀਂ ਜਾਣਾ ਪੈਂਦਾ, ਤੁਸੀਂ ਉੱਥੇ ਟਰੱਕ ਲੈ ਜਾਓ। ਇਹ ਦੇਖਦੇ ਆ ਕਿ ਤੁਸੀਂ ਦੇਖਿਓ ਕਿ ਜਿਸ ਜਗ੍ਹਾ ਤੇ ਲੋਕਾਂ ਦਾ ਘੱਟ ਆਉਣਾ ਜਾਣਾ ਹੋਵੇ ਨਾ, ਉਹਨਾਂ ਦੇ ਘਰ ਦੇ ਮੋਹਰੇ ਸਿੱਟਣ ਲਈ ਤਿਆਰ ਆ ਲੋਕੀ। ਹਾਂਜੀ, ਇਹ ਹੈਗੀ ਆ ਸਿਵਿਕ ਰਿਸਪੌਂਸਿਬਿਲਿਟੀ ਦੀ ਗੱਲ। ਆਪਣੇ ਸ਼ਹਿਰ ਨੂੰ ਆਪਾਂ ਆਪ ਹੀ ਖੂਬਸੂਰਤ ਬਣਾ ਕੇ ਰੱਖ ਸਕਦੇ ਹਾਂ, ਪਰ ਡਾਕਟਰ ਸਾਹਿਬ ਇੱਥੇ ਜੇ ਆਪਾਂ ਨਜ਼ਰ ਮਾਰਦੇ ਆ ਪਬਲਿਕ ਪਲੇਸਿਸ, ਜਿਵੇਂ ਤੁਸੀਂ ਦੱਸਿਆ ਕਿ ਜਿੱਥੇ ਐਕਚੁਅਲੀ ਮੈਂ ਰਹਿੰਦੀ, ਉਹਦੇ ਘਰ ਦੇ ਸਾਹਮਣੇ ਵੀ ਇੱਕ ਜੰਗਲ ਜਿਹਾ, ਸਾਰੇ ਲੋਕ ਆ ਕੇ ਉੱਥੇ ਸੁੱਟਦੇ ਆ ਆਪਣਾ ਸਮਾਨ, ਤੇ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਹੀ ਗੁਆਂਢ ਆ? ਹਾਂਜੀ, ਜੰਗਲ ਕਿਹੜਾ ਇਹ ਚਾਈਨਾ ਵਾਲਿਆਂ ਦਾ? ਹਾਂਜੀ, ਤੁਸੀਂ ਚੱਕ ਕੇ ਸਿੱਟੀ ਜਾਂਦੇ ਹੋ, ਮੁਸ਼ਕਲ ਲੱਪਣ ਜੀ। ਬਿਲਕੁਲ, ਤਾਂ ਫਿਰ ਉੱਥੇ ਹੋਰ ਤਰ੍ਹਾਂ ਦੇ ਜਾਨਵਰ ਆਉਣ ਲੱਗ ਪੈਂਦੇ ਆ ਜੀ। ਐਕਚੁਅਲੀ ਸਿਟੀ ਵਾਲੇ ਨੋਟਿਸ ਵੀ ਲਾ ਕੇ ਜਾਂਦੇ ਆ, ਪਰ ਲੋਕੀ ਸੀਰੀਅਸਲੀ ਲੈਂਦੇ ਨਹੀਂ। ਇਹ ਤਾਂ ਦੋਹੀਂ ਪਾਸੇ ਰਿਸਪੌਂਸਿਬਿਲਿਟੀ ਹੈ ਨਾ,
ਇੱਕ ਲੋਕਾਂ ਦੀ ਆ, ਦੂਸਰੀ ਜਿਹੜੇ ਲਾਅ ਇੰਪਲੀਮੈਂਟ ਕਰਦੇ ਆ ਉਹਨਾਂ ਨੂੰ ਜ਼ਿਆਦਾ ਐਕਟਿਵ ਹੋਣਾ ਪੈਣਾ, ਕੋਈ ਹੋਰ ਤਰੀਕਾ ਲੱਭਣਾ ਪੈਣਾ। ਹਾਂਜੀ, ਕਿਉਂਕਿ ਲੋਕਾਂ ਨੇ ਤਾਂ ਕਰੀ ਜਾਣਾ। ਇੱਥੇ ਤੁਸੀਂ ਬੇਅਰ ਕ੍ਰੀਕ ਪਾਰਕ ਜਾਂਦੇ ਆ, ਉਹਨਾਂ ਨੇ ਇੱਕ ਜਿਹੜਾ ਅੰਦਰ ਟਰੈਕ ਬਣਾਇਆ ਨਾ, ਉਹਦੇ 'ਚ ਲਾਲ ਰੰਗ ਕਾਫੀ ਪੇਂਟ ਕੀਤਾ ਹੈ। ਹਾਂਜੀ ਹਾਂਜੀ, ਬਹੁਤ ਸੋਹਣਾ ਲੱਗਦਾ ਵੈਸੇ ਜੀ। ਦੇਖੋ ਉਹਦੇ ਨਾਲ ਹੀ ਘਾਹ ਆ, ਬੰਦੇ ਉੱਤੇ ਤੁਰਦੇ ਆ, ਥੂ ਐਨ ਚਿੱਟੇ ਰੰਗ ਦਾ ਥੁੱਕ ਜਿਹਦਾ ਬਿਲਕੁਲ ਉੱਥੇ ਟਰੈਕ ਦੇ ਉੱਤੇ ਪਿਆ ਹੁੰਦਾ। ਵੀ ਤੁਸੀਂ ਮਰ ਲਓ, ਟੁੱਟ ਲਓ, ਥੋੜਾ ਜਿਹਾ ਪਰੇ ਹੋ ਕੇ ਕਰ ਲਓ ਜਿੱਧਰ ਨੂੰ ਘਾਹ ਪਿਆ ਆ। ਡਾਕਟਰ ਸਾਹਿਬ, ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਵੈਸੇ ਨਾ ਤੁਸੀਂ ਸੁਣਿਆ ਤਾਂ ਹੋਣਾ ਕਿ ਕਈ ਲੋਕੀ ਰਾਈ ਦਾ ਪਹਾੜ ਬਣਾ ਦਿੰਦੇ ਆ। ਆਪਣੇ ਮੇਅਰ ਹੈਗੇ ਜਿਹੜੇ ਡਗ ਮੈਕੈਲਮ ਸਾਹਿਬ, ਇਹਨਾਂ ਨੇ ਤਾਂ ਵੈਸੇ ਸਿੱਧੇ ਹੀ ਕਰ ਦਿੱਤਾ ਕਿ ਰਾਈ ਦਾ ਪਹਾੜ ਕਿਵੇਂ ਬਣਾਈਦਾ। ਹੁਣ ਨਾ ਨਿਊਯਾਰਕ ਦੇ ਵੀ ਇੱਕ ਸਾਬਕਾ ਮੇਅਰ ਨੇ, ਦੇਖੋ ਇਹ ਵੀ ਮੇਅਰ ਆ, ਨਿਊਯਾਰਕ ਦੇ ਵੀ ਇੱਕ ਸਾਬਕਾ ਮੇਅਰ ਆ, ਉਹ ਨਾ ਆਪਣੇ ਬੇਟੇ ਦੇ ਲਈ, ਜਿਹੜਾ ਕਿ ਨਿਊਯਾਰਕ ਦੇ ਵਿੱਚ ਗਵਰਨਰ ਦੀ ਲਈ ਨੋਮੀਨੇਸ਼ਨ ਉਹਨੂੰ ਚਾਹੀਦੀ ਆ, ਉਹਦਾ ਪ੍ਰਚਾਰ ਕਰ ਰਹੇ ਸੀ। ਸੁਪਰਮਾਰਕੀਟ ਗਏ ਤਾਂ ਉਹ ਕਹਿੰਦੇ ਕਿ ਮੈਨੂੰ ਜੀ ਜ਼ੋਰ ਤੋਂ ਧੱਕਾ ਦੇ ਦਿੱਤਾ, ਕਿਸੇ ਨੇ ਮੇਰੇ ਤੇ ਹਮਲਾ ਕਰ ਦਿੱਤਾ। ਇਸ ਪੂਰੀ ਖਬਰ ਬਾਰੇ ਦੱਸੋ। ਉਹਨਾਂ ਦੀ ਜਿਹੜੀ ਜਿੱਦਾਂ ਇਦਾਂ ਸਾਡੇ ਮੇਅਰ ਦੀ ਬਣੀ ਹੈ ਨਾ ਵੀਡੀਓ, ਹਾਂਜੀ, ਉਹਨਾਂ ਦੀ ਵੀਡੀਓ ਬਣੀ ਹੈ। ਹਾਂਜੀ, ਕਿਉਂਕਿ ਸੁਪਰਮਾਰਕੀਟ ਦੇ ਅੰਦਰ ਸਰਵੇਲੈਂਸ ਕੈਮਰਾ ਸੀ, ਸੀਸੀਟੀਵੀ ਕੈਮਰਾਜ਼ ਨੇ। ਪਹਿਲਾਂ ਜਿਹੜੇ ਪੁਲਿਸ ਨੇ ਚਾਰਜ ਉਹਨਾਂ ਦੇ ਬਿਆਨਾਂ ਤੇ ਲਾਤੇ, ਫਿਰ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰਾਜ਼ ਰਿਵਿਊ ਕੀਤੇ, ਫਿਰ ਉਹ ਚਾਰਜ ਡਾਊਨਗ੍ਰੇਡ ਕਰ ਦਿੱਤੇ। ਹਾਂਜੀ, ਤੇ ਉਹ ਗੱਲ ਇਦਾਂ ਹੋਈ ਸੀ, ਕਿਸੇ ਇੰਪਲੋਈ ਨੇ ਸੁਪਰਮਾਰਕੀਟ ਦੇ ਨੇ ਉਹਨਾਂ ਦੀ ਧੌਣ ਤੇ, ਜਿੱਦਾਂ ਅਸੀਂ ਬੱਚਿਆਂ ਦੇ ਨਹੀਂ ਕਈ ਵਾਰੀ ਇਦਾਂ ਮਾੜਾ ਜਿਹਾ ਕਰ ਦਿੰਦੇ ਹੁੰਦੇ, ਹਾਂਜੀ, ਇਦਾਂ ਮਾੜਾ ਜਿਹਾ ਕੀਤਾ, ਉਹਨੂੰ ਟੱਚ ਹੀ ਕੀਤਾ। ਤੇ ਮੇਅਰ ਜੂਲੀਆਨੀ ਨੇ, ਇਹ ਸਾਬਕਾ ਮੇਅਰ ਆ ਉੱਥੇ ਦੇ ਨਿਊਯਾਰਕ ਦੇ, ਹਾਂਜੀ, ਤੇ ਇਹ ਇਹਨਾਂ ਨੇ ਬਣਾਤੀ ਰਾਈ ਦਾ ਪਹਾੜ, ਜਿੱਦਾਂ ਤੁਸੀਂ ਕਿਹਾ ਕਿ ਮੇਰੇ ਏਦਾਂ ਲੱਗਾ ਜਿੱਦਾਂ ਪਿੱਛੋਂ ਕਿਸੇ ਨੇ ਗੋਲੀ ਮਾਰੀ ਹੁੰਦੀ ਹੈ। ਕਹਿੰਦਾ ਮੈਂ ਤਾਂ ਡਿੱਗਦਾ ਡਿੱਗਦਾ ਹੀ ਬਚਿਆ। ਹਾਂਜੀ, ਫਿਰ ਜਦੋਂ ਰਿਵਿਊ ਕੀਤਾ ਤੇ ਫਿਰ ਬਾਅਦ ਚ ਪਤਾ ਲੱਗਾ ਵੀ ਜੇ ਮਾੜੀ ਜੀ ਆਹ ਇੱਕ ਹੱਥ ਲਾਏ ਤੇ ਤੂੰ ਡਿੱਗਣ ਲੱਗਾ ਸੀ ਤੇ ਤੇਰੇ ਜਾਨ ਕਿੱਥੋਂ? ਹਾਂਜੀ, ਇੰਨੇ ਕੁ ਹੱਥ ਲਾਏ ਤੇ ਤਾਂ ਬੰਦਾ ਨਹੀਂ ਡਿੱਗ ਸਕਦਾ। ਹਾਂਜੀ, ਪਰ ਉਹਨੇ ਕੋਸ਼ਿਸ਼ ਏਦਾਂ ਕੀਤੀ ਵੀ ਜਿੱਦਾਂ ਪਿੱਛੋਂ ਕਿਸੇ ਨੇ ਮਿਸਲ ਮਾਰੀ ਹੁੰਦੀ ਹੈ। ਹਾਂ, ਉਹਨਾਂ ਨੇ ਐਕਚੁਅਲੀ ਜਿਹੜੀ ਸਟੋਰੀ ਸੀ ਨਾ, ਕਾਫੀ ਜ਼ਿਆਦਾ ਟੈਂਸ ਸਟੋਰੀ ਬਣਾਈ ਹੈ, ਜਿਵੇਂ ਆਪਣੇ ਮੇਅਰ ਸਾਹਿਬ ਨੇ ਬਣਾਈ ਸੀ। ਆਪਣੇ ਇੱਕ ਬੁੱਕ ਹੁੰਦੀ ਸੀ ਕਿ ਨਾ, ਟੇਲ ਆਫ ਟੂ ਸਿਟੀਜ਼, ਹਾਂਜੀ, ਤੇ ਟੇਲ ਆਫ ਟੂ ਮੇਅਰਸ, ਇਹ ਤੇ ਕਿਤਾਬ ਬਣ ਸਕਦੀ ਹੈ। ਬਿਲਕੁਲ ਡਾਕਟਰ ਸਾਹਿਬ, ਦੇਖੋ ਉਹ ਵੀ ਮੇਅਰ ਤੇ ਇਹ ਵੀ ਮੇਅਰ, ਦੋਨਾਂ ਨੇ ਰਾਈ ਦਾ ਪਹਾੜ ਬਣਾਇਆ। ਉਹ ਮੇਅਰ ਜਿਹੜੇ ਉਹ ਲਾਇਰ ਐਕਚੁਅਲੀ ਖੁਦ ਵੀ ਲਾਇਰ, ਪੜ੍ਹੇ ਲਿਖੇ ਬੰਦੇ, ਹਾਂਜੀ, ਤੇ ਇਹਨਾਂ ਨੇ ਲਾਇਰ ਹਾਇਰ ਟੌਪ ਦਾ ਕੀਤਾ ਹੈ। ਹਾਂਜੀ, ਸੋ ਲਾਇਰ ਦੇ ਨਾਲ ਵੀ ਹੋ ਸਕਦੀ ਹੈ ਕਿ ਇਹ ਇੱਕ ਸਟੋਰੀ ਬਣਾਉਣ ਦੇ ਵਿੱਚ ਕਿੱਦਾਂ ਮਾਹਰ ਹੈ। ਹਾਂਜੀ, ਕਿਉਂਕਿ ਸਟੋਰੀ ਬਣਾਉਣੀ ਸੌਖੀ ਗੱਲ ਨਹੀਂ ਹੁੰਦੀ। ਹਾਂਜੀ, ਜਿੱਦਾਂ ਉਹਨਾਂ ਨੇ ਬਣਾਈ ਉਦਾਂ ਹੀ ਸਾਡੇ ਮੇਅਰ ਨੇ ਬਣਾਈ ਸੀ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਕੁਝ ਜ਼ਰੂਰੀ ਸੰਦੇਸ਼ ਨੇ, ਉਸ ਤੋਂ ਬਾਅਦ ਆਪਾਂ ਫਿਰ ਗੱਲਬਾਤ ਕਰਾਂਗੇ ਅਗਲੀ, ਜਿਸ ਦਾ ਸਬੰਧ ਹੈਗਾ ਐਟਲੈਂਟਾ ਦੇ ਇੱਕ ਸਾਬਵੇ ਤੇ ਵਾਪਰੀ ਇੱਕ ਦੁਖਦਾਈ ਘਟਨਾ ਦੇ ਨਾਲ, ਕਿ ਕਿਸ ਤਰ੍ਹਾਂ ਕਿਸੇ ਦੀ ਜਾਨ ਚਲੇਗੀ ਸਿਰਫ ਇਸ ਗੱਲ ਨੂੰ ਲੈ ਕੇ ਕਿ ਸੈਂਡਵਿਚ ਦੇ ਉੱਪਰ ਜਿਹੜੀ ਮੇਯੋਨੀਜ਼ ਆ ਉਹ ਕਿੰਨੀ ਲਾਉਣੀ ਚਾਹੀਦੀ ਆ। ਡਾਕਟਰ ਸਾਹਿਬ, ਐਟਲੈਂਟਾ ਦੇ ਇੱਕ ਸਾਬਵੇ ਤੇ ਬੜੀ ਦੁਖਦਾਇਕ ਘਟਨਾ ਵਾਪਰੀ ਆ। ਇਸ ਵਿੱਚ 26 ਸਾਲਾਂ ਦੀ ਔਰਤ ਦੀ ਮੌਤ ਹੋ ਗਈ ਤੇ 24 ਸਾਲਾਂ ਔਰਤ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਤੇ 36 ਸਾਲਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਵਿੱਚ ਪੂਰਾ ਮਸਲਾ ਦੱਸੋ ਸਾਨੂੰ, ਕੀ ਹੋਇਆ ਕੀ ਐਕਚੁਅਲ ਦੇ ਵਿੱਚ? ਬੰਦਾ ਗਿਆ ਉੱਥੇ, ਉਹ ਸੈਂਡਵਿਚ ਲੈ ਰਿਹਾ ਤੇ ਸੈਂਡਵਿਚ ਤੇ ਜਿਹੜੀ ਸਾਬੇ ਵਾਲੀ ਕੁੜੀ ਆ ਉਹਨੇ ਥੋੜਾ ਜਿਹਾ ਜ਼ਿਆਦਾ ਮੇਯੋਨੀਜ਼ ਪਾਤਾ। ਉਹ ਕਹਿੰਦਾ ਵੀ ਇੰਨਾ ਮੇਯੋਨੀਜ਼ ਕਿਉਂ ਪਾਇਆ? ਜੇ ਜ਼ਿਆਦਾ ਹੋਵੇ ਤਾਂ ਵੈਸੇ ਲੈ ਵੀ ਸਕਦਾ, ਕੋਈ ਵੱਡੀ ਗੱਲ ਨਹੀਂ ਹੁੰਦੀ, ਪਰ ਉਹਦੇ ਕੋਲ ਗਨ ਸੀ, ਉਹਨਾਂ ਬਹਿਸ ਪਈ। ਉਹ ਹੁਣ ਤੁਸੀਂ ਆਮ ਜਾ ਕੇ ਦੇਖਦੇ ਆ ਸਾਬੇ ਜਾਂ ਰੈਸਟੋਰੈਂਟ 'ਚ ਲੋਕੀ ਝਗੜਨ ਲੱਗੇ ਹੁੰਦੇ ਵੈਸੇ। ਹਾਂਜੀ, ਮੈਂ ਇੱਕ ਮੇਰੇ ਬਿਲਕੁਲ ਲਾਗੇ ਸਾਬੇ ਆ, ਇੱਕ ਬੰਦਾ ਝਗੜਦਾ ਦੇਖਿਆ ਕਿ ਉਹਨੇ ਕਿਹਾ ਸੀ ਵੀ ਮੈਨੂੰ ਉਦਾਂ ਹੀ ਸੈਂਡਵਿਚ ਦੇਈ, ਤਾਂ ਕੁੜੀ ਨੇ ਉਹ ਟੋਸਟ ਕਰ ਦਿੱਤੀ, ਉਹ ਜਿਹੜੀ ਬ੍ਰੈਡ ਸੀ। ਹਾਂਜੀ, ਉਹ ਕਹੇ ਵੀ ਤੂੰ ਟੋਸਟ ਕਿਉਂ ਕੀਤੀ ਹੈ? ਉਹ ਕਹਿੰਦੀ ਵੀ ਮੈਨੂੰ ਮਿਸਟੇਕ ਲੱਗ ਗਈ, ਵੀ ਪਹਿਲਾਂ ਨੇ ਟੋਸਟ ਕੀਤੀ ਸੀ ਤੇਰੀ, ਮੈਂ ਚੱਕ ਕੇ ਤੇਰੀ ਵੀ ਟੋਸਟ ਕਰਤੀ।
ਤੂੰ ਇਦਾਂ ਕੀਤੀ ਕਿਉਂ? ਮੈਂ ਸੋਚਿਆ ਵੀ ਦੱਸੋ ਵੀ ਟੋਸਟ ਦੇ ਨਾਲ ਤੇਰੇ ਕਿਹੜੇ ਦੰਦ ਟੁੱਟ ਜਾਣੇ, ਇਹ ਕੋਈ ਵੱਡੀ ਗੱਲ ਨਹੀਂ ਹੈ। ਪਰ ਬੰਦਾ ਗੁੱਸੇ 'ਚ ਪਤਾ ਨਹੀਂ ਕਿਹੜੀ ਗੱਲ ਤੋਂ ਆਇਆ ਹੋਣਾ, ਹੋਰ ਹਾਂਜੀ ਕਿਸੇ ਦੇ ਨਾਲ ਹੋਰ ਲੜ ਕੇ ਆਇਆ ਹੋਵੇ, ਪਰ ਉਹਨੇ ਲਾਤਾ ਉੱਥੇ। ਚੰਗੀ ਗੱਲ ਇਹ ਆ ਵੀ ਇੱਥੇ ਉਹਦੇ ਕੋਲ ਗਨ ਹੈ ਨਹੀਂ ਸੀ, ਹਾਂਜੀ, ਨਹੀਂ ਤਾਂ ਬੰਦਾ ਸਪਰ ਆਫ ਦੀ ਮੂਵਮੈਂਟ ਹੀ ਹੁੰਦੀ ਹੈ, ਹਾਂਜੀ। ਉਸ ਬੰਦੇ ਦੇ ਕੋਲ ਗਨ ਸੀ, ਮਤਲਬ ਇਹ ਇੱਕ ਟੈਕਟਿਕ ਆ ਸਿਖਾਇਆ ਜਾਂਦਾ EMPLOYEES ਨੂੰ ਕਿ ਤੁਸੀਂ ਉਹਨੂੰ ਕਹਦੇ ਵੀ ਕੋਈ ਗੱਲ ਨਹੀਂ, ਮੈਂ ਤੂੰ ਦੂਜੀ ਸੈਂਡਵਿਚ ਬਣਾ ਦਿੰਦੀ ਹਾਂ, ਹਾਂਜੀ, ਬਿਨਾਂ ਮੇਨੇਜ ਤੇ ਬਣਾਉਣੀ ਹੈ, ਥੋੜੇ ਮੇਨੇਜ ਵਾਲੀ ਬਣਾਉਣੀ, ਉਹ ਵੀ ਲੜੀ ਤਾਂ ਹੋਣੀ ਹੈ ਮੋਹਰੇ, ਆਰਗੂਮੈਂਟ ਤਾਂ ਕੀਤੀ ਹੈ ਨਾ। ਤਾਂ ਉਹ ਆਰਗੂਮੈਂਟ ਦਾ ਸਿੱਟਾ ਇਹ ਨਿਕਲਿਆ, ਜਾਨ ਗਵਾ ਬੈਠੀ। ਡਾਕਟਰ ਸਾਹਿਬ, ਸਾਰਿਆਂ ਨਾਲੋਂ ਪੇਨਫੁਲ ਚੀਜ਼ ਜਿਹੜੀ ਹੈਗੀ ਆ ਕਿ ਜਿਸ ਔਰਤ ਦਾ ਹੋ ਗਿਆ ਮਰਡਰ, ਉਹਦੀ 5 ਸਾਲਾਂ ਦੀ ਕੁੜੀ ਵੀ ਉਸ ਵਕਤ ਉੱਥੇ ਹੀ ਸੀ। ਚਲੋ ਦੇਖੋ ਤੁਸੀਂ, ਕਿਆ ਸ਼ੌਕ ਲੱਗਦਾ ਕਿਸੇ ਬੱਚੇ ਨੂੰ, ਹਾਂਜੀ, ਕਿ ਮਾਂ ਉਹਦੀ ਡਿੱਗ ਪਈ ਹੈ, ਹਾਂਜੀ, ਮਾਂ ਦਾ ਦੁੱਖ ਸਹਾਰ ਸਕਦਾ ਇੰਨਾ ਛੋਟਾ ਬੱਚਾ। ਔਰ ਇਹਦੇ ਵਿੱਚੋਂ ਗੱਲ ਇੱਕ ਤਾਂ ਹੈਗੀ ਹੈ ਗਨ ਵਾਇਲੈਂਸ, US ਦੇ ਵਿੱਚ ਇੰਨੀ ਰੈਂਪੈਂਟ ਹੋ ਚੁੱਕੀ ਆ, ਪਤਾ ਨਹੀਂ ਕਿਹੜੇ ਬੰਦੇ ਦੇ ਕੋਲ ਕਿਹੜੀ ਗਨ। ਮੈਂ ਜਦੋਂ ਸਿਐਟਲ ਨੂੰ ਜਾਂਦਾ ਹੁੰਦਾ ਇੱਥੋਂ, ਜਾਂ ਇੱਥੇ ਬੈਲਿੰਗਹੈਮ ਵਗੈਰਾ ਜਾਈਦੇ, ਮੈਂ ਕਦੇ ਵੀ ਤੇਜ਼ ਕਰਕੇ ਕਿਸੇ ਨੂੰ ਕੱਟਦਾ ਨਹੀਂ ਹੁੰਦਾ, ਹਾਂਜੀ, ਪਤਾ ਨਹੀਂ ਕਿਹਦੇ ਕੋਲ ਗਨ ਪਈ ਹੋਣੀ ਜੀ। ਕਿਸੇ ਨੇ ਕਹਿਣਾ ਵੀ ਇਹ ਦੇਖ ਲੈ ਕੈਨੇਡੀਅਨ ਤੇਜ਼ ਵਿੱਚ ਚਲਾਉਣ ਲੱਗਾ, ਵੱਡਾ ਔਖਾ ਹੋਣ ਲੱਗਾ ਟੋਪੀ ਪਾ ਕੇ, ਤੇ ਇਹਨੂੰ ਗੋਲੀ ਮਾਰੋ। ਇਸ ਕਰਕੇ ਧਿਆਨ ਰੱਖਣਾ ਪੈਂਦਾ ਹੈ ਵੀ ਜਿੱਦਾਂ ਦੇ ਦੇਸ਼ ਦੇ ਵਿੱਚ ਰਹਿੰਦੇ ਆ ਉਦਾਂ ਹੀ ਵਤੀਰਾ ਕਰਨਾ ਚਾਹੀਦਾ, ਹਾਂਜੀ। ਤਾਂ ਇਹ EMPLOYEES ਨੂੰ ਵੀ ਥੋੜਾ ਜਿਹਾ ਚਾਹੀਦਾ ਕਿ ਆਰਗੂਮੈਂਟ ਕਰਨ ਦੀ ਕੋਈ ਲੋੜ ਨਹੀਂ, ਕੋਈ ਵੱਡੀ ਗੱਲ ਨਹੀਂ ਹੈ, ਸੈਂਡਵਿਚ ਇੱਕ ਹੋਰ ਦੇ ਦਿਓ, ਹਾਂਜੀ, ਜਾਂ ਉਹਨੂੰ ਕਹਿਣਾ ਵੀ ਕੋਈ ਗੱਲ ਨਹੀਂ, ਮੈਂ ਇਹਨੂੰ ਮੇਨੇਜ ਹੀ ਜ਼ਿਆਦਾ ਪਾਈ ਹੈ, ਇਹਨੂੰ ਘੱਟ ਕਰ ਦਿੰਦੇ, ਹਾਂਜੀ। ਉਹ ਕਹਿੰਦੀ ਹੋਣੀ ਅਸੀਂ ਇੰਨੀ ਪਾਉਂਦੇ ਆ ਸਾਰਿਆਂ ਨੂੰ, ਉਹ ਕਹਿੰਦਾ ਹੋਣਾ ਵੀ ਜ਼ਿਆਦਾ ਪਾਤੀ। ਦੱਸੋ ਕੋਈ ਵੱਡੀ ਗੱਲ ਨਹੀਂ, ਵੈਸੇ ਤੁਸੀਂ ਜ਼ਿਆਦਾ ਮੇਨੇਜ ਥੋੜੀ ਜਿਹੀ ਜ਼ਿਆਦਾ ਪਾ ਲਓ, ਸਵਾਦ ਲੱਗਦੀ ਹੈ, ਹਾਂਜੀ, ਪਰ ਆਪਣਾ ਸਵਾਦ ਹੁੰਦਾ ਹੈ। ਡਾਕਟਰ ਸਾਹਿਬ, ਬਾਈਡਨ ਦੇ ਜਿਹੜੇ ਐਡਵਾਈਜ਼ਰਸ ਨੇ ਉਹਨਾਂ ਨੇ ਅੰਦਰ ਖਾਤੇ ਵੈਸੇ ਗੱਲਬਾਤ ਸ਼ੁਰੂ ਕਰ ਦਿੱਤੀ ਆ। ਉਹਨਾਂ ਨੂੰ ਅੰਦਰ ਖਾਤੇ ਕਿਤੇ ਨਾ ਕਿਤੇ ਦਾ ਪਤਾ ਕਿ ਰਸ਼ੀਆ ਨੇ ਜਿਹੜੇ ਯੂਕਰੇਨੀ ਇਲਾਕਿਆਂ ਤੇ ਕਬਜ਼ਾ ਕੀਤਾ ਹੋਇਆ, ਯੂਕਰੇਨ ਦੇ ਲਈ ਉਹ ਸੌਖਾ ਨਹੀਂ ਹੈਗਾ ਉਹਨਾਂ ਨੂੰ ਵਾਪਸ ਲੈ ਕੇ ਆਉਣਾ, ਪਰ ਉੱਪਰ ਤੋਂ ਹੱਲਾਸ਼ੇਰੀ ਦੇ ਰਿਹਾ ਕਿ ਜੀ ਕੋਈ ਗੱਲ ਨਹੀਂ ਹੈਗੀ, ਅਸੀਂ ਤੁਹਾਨੂੰ ਸਹਾਇਤਾ ਭੇਜਾਂਗੇ ਹੋਰ ਜ਼ਿਆਦਾ, ਕਿ ਲੱਗੇ ਰਹੋ। ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ? ਦੇਖੋ, ਇਹਨਾਂ ਨੂੰ ਪਤਾ ਤਾਂ ਪਹਿਲੇ ਦਿੰਦਾ ਹੀ ਆ, ਪਰ ਮੀਡੀਆ ਦੇ ਵਿੱਚ ਹੁਣ ਇਹ ਖਬਰਾਂ ਛਪੀਆਂ ਕਿ ਬਾਈਡਨ ਦੇ ਆਪਣੇ ਐਡਵਾਈਜ਼ਰ ਵਾਈਟ ਹਾਊਸ ਦੇ ਵਿੱਚ, ਸਟੇਟ ਡਿਪਾਰਟਮੈਂਟ ਦੇ ਵਿੱਚ, ਪੈਂਟਾਗਨ 'ਚ, ਉਹਨਾਂ ਆਪਸ ਵਿੱਚ ਜਦੋਂ ਗੱਲਾਂ ਕਰਦੇ ਆ ਤਾਂ ਇਹੀ ਗੱਲ ਕਰਦੇ ਕਿ ਯੂਕਰੇਨ ਦੀ ਜਿਹੜੀ ਟੈਰੀਟਰੀ ਰਸ਼ੀਆ ਨੇ ਲੈ ਲਈ ਆ ਉਹ ਖੋਣ ਜੋਗੇ ਤਾਂ ਹੈ ਨਹੀਂ। ਪਰ ਤੁਸੀਂ ਦੇਖੋ ਹੁਣੇ G7 ਦੀ ਮੀਟਿੰਗ ਹੋ ਕੇ ਹਟੀ ਹੈ, ਜੋ ਬਾਈਡਨ ਸਾਹਿਬ ਨੇ ਪ੍ਰੈਸ ਕਾਨਫਰੰਸ ਪੜ੍ਹ ਕੇ ਦੇਖ ਲਓ, ਤਾਂ ਉਹ ਇਹੀ ਉਹਨਾਂ ਦੇ ਨਾਲ ਜ਼ੈਲੈਂਸਕੀ ਦੇ ਨਾਲ ਕਹਿ ਰਹੇ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਸੀਂ ਆਪਣਾ ਇਲਾਕਾ ਵਾਪਸ ਲਓ, ਮਤਲਬ ਲੜਾਈ ਤੁਸੀਂ ਜਾਰੀ ਰੱਖੋ, ਹਾਂਜੀ। ਅੰਦਰੋਂ ਹੀ ਉਹਨਾਂ ਨੂੰ ਵੀ ਪਤਾ ਵੀ ਇਹ ਕੁਛ ਨਹੀਂ ਕਰਨ ਜੋਗੇ, ਹਾਂਜੀ। ਸੋ ਹਾਥੀ ਦੇ ਦੰਦ ਦਿਖਾਉਣ ਵਾਲੇ ਹੋ ਰਿਹਾ, ਖਾਣ ਵਾਲੇ ਹੋ ਰਹੇ, ਹਾਂਜੀ, ਬਿਲਕੁਲ। ਉੱਪਰ ਤੋਂ ਤਾਂ ਉਹ ਜ਼ੈਲੈਂਸਕੀ ਸਾਹਿਬ ਨੂੰ ਪੂਰਾ ਕਹਿ ਲਓ ਕਿ ਤੁਸੀਂ ਥਾਪੀਆਂ ਦੇ ਰਹੇ ਕਿ ਕੋਈ ਗੱਲ ਨਹੀਂ, ਚੱਕਰੇ ਕੋਈ ਨਹੀਂ, ਅਸੀਂ ਤੁਹਾਡੀ ਬੈਕ ਤੇ ਖੜੇ ਆ। ਉਹ ਮੇਰਾ ਖਿਆਲ ਇਸੇ ਕਰਕੇ ਫੂਕ ਚ ਆਇਆ, ਹਾਂਜੀ, ਇਸੇ ਕਰਕੇ ਵੀਡੀਓ ਕਾਨਫਰੰਸ ਦੇ ਰਾਹੀਂ ਤੁਹਾਨੂੰ ਪਤਾ ਹੀ ਆ ਉਹ ਕੀ ਸਾਹਮਣੇ ਆ ਕੇ ਆਏ ਦਿਨ ਕੋਈ ਨਾ ਕੋਈ ਨਵੀਂ ਸਟੇਟਮੈਂਟ ਦੇ ਦਿੰਦੇ ਆ। ਜਿਸ ਤਰ੍ਹਾਂ ਕਿ ਹੁਣ ਉਹਨਾਂ ਨੇ ਕਿਹਾ ਕਿ ਜਿਹੜਾ ਪੁਤਨ ਹੈਗਾ ਆ ਉਹ ਅੱਤਵਾਦੀਆਂ ਦੀ ਤਰ੍ਹਾਂ ਉਹ ਵਿਵਹਾਰ ਕਰ ਰਿਹਾ, ਵੀਕਐਂਡ ਤੇ ਵੀ ਨਹੀਂ ਰੁਕ ਰਿਹਾ ਹੈਗਾ। ਉਹਨਾਂ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਨੂੰ ਜਾ ਕੇ ਕਿਹਾ ਕਿ ਤੁਸੀਂ G7 ਤੇ ਉਹਨਾਂ ਨੂੰ ਵੀ ਮਿਲੇ ਨਾ, ਹਾਂਜੀ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਰਸ਼ੀਆ ਨੂੰ ਟੈਰਰਿਸਟ ਸਟੇਟ ਕਹੋ, ਮਤਲਬ ਜਦੋਂ ਤੁਸੀਂ ਟੈਰਰਿਸਟ ਸਟੇਟ ਦਾ ਕਿਸੇ ਨੂੰ ਲੇਬਲ ਲਾ ਦਿੰਦੇ ਆ ਤਾਂ ਉਹਦੇ ਤੇ ਫਿਰ ਸੈਂਕਸ਼ਨ ਆਟੋਮੈਟਿਕਲੀ ਸਾਰੇ ਦੇਸ਼ਾਂ ਨੂੰ ਲਾਉਣੇ ਪੈਂਦੇ, ਹਾਂਜੀ। ਤੇ ਮੈਕਰੋਨ ਕਹਿੰਦਾ ਕਿ ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਮੈਂ ਕਿਹਨੂੰ ਟੈਰਰਿਸਟ ਸਟੇਟ ਕਹਿਣਾ ਜਾਂ ਕੀ ਨਹੀਂ ਕਹਿਣਾ, ਸਾਨੂੰ ਵੀ ਪਤਾ ਆ। ਉਹ ਜ਼ੈਲੈਂਸਕੀ ਨੂੰ ਚੰਗਾ ਉਹਨੂੰ ਤੋੜਮਾ ਜਵਾਬ ਦਿੱਤਾ। ਵੈਸੇ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦੇ ਯੂਰਪੀਅਨ ਯੂਨੀਅਨ ਦੇ ਵਿੱਚ ਤਾਂ ਆਉਣ ਦੇ ਚਾਂਸ ਹੈ ਨਹੀਂ, ਪਰ ਇਹਨਾਂ ਨੂੰ ਜਿੱਦਾਂ ਬੱਚਿਆਂ ਵਾਲਾ ਛੋਟਾ ਟੇਬਲ ਹੁੰਦਾ ਹੈ ਉੱਥੇ ਬਿਠਾ ਲਓ, ਹਾਂਜੀ। ਉਹ ਕਾਫੀ ਮਜ਼ਾਕੀਏ ਬੰਦੇ ਆ, ਹਾਂਜੀ, ਕਾਫੀ। ਉਹ ਜਦੋਂ ਕੋਈ ਵੀ ਗੱਲਬਾਤ ਕਹਿੰਦੇ ਵਿਟ ਐਂਡ ਹਿਊਮਰ ਦੋਨੋਂ ਹੀ ਹੁੰਦਾ। ਪੰਜਾਬੀ 'ਚ ਕਹਿੰਦੇ ਹੁੰਦੇ ਨਾ ਜੁਗਤ ਮਾਰਦਾ,
ਇਹ ਜੁਗਤ ਮਾਰਨ ਵਾਲੇ ਬੰਦੇ। ਹਾਂਜੀ ਜੀ ਬਿਲਕੁਲ। ਜੇ ਪੰਜਾਬੀ ਬੋਲਦੇ ਹੁੰਦੇ ਉਹਨਾਂ ਨੂੰ ਜੁਗਤਾਂ ਲਈ ਰੱਖ ਲੈਣਾ ਸੀ। ਜੀ ਡਾਕਟਰ ਸਾਹਿਬ ਬਿਲਕੁਲ। ਡਾਕਟਰ ਸਾਹਿਬ ਹੁਣ ਰੁੱਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਇਹ ਕਿਹਾ ਜਾ ਰਿਹਾ ਕਿ ਜਿਹੜੇ ਆਇਲ ਸ਼ਿਪਰਸ ਹੈਗੇ ਆ ਉਹ ਜਿਹੜਾ ਚੀਨੀ ਯੁਆਨ ਆ ਨਾ ਉਹਦੇ ਵਿੱਚ ਉਹ ਪੇ ਕਰਦੇ ਆ ਤੇ ਫਿਰ ਪੇ ਕਰਕੇ ਉਹ ਵੈਪਨਸ ਦਾ ਵੀ ਐਕਸਚੇਂਜ ਕਰਦੇ ਆ, ਕਰੂਡ ਆਇਲ ਦਾ ਵੀ ਕਰਦੇ ਆ। ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਖਬਰ ਜਰਨਲਿਸਟ ਪੱਤਰਕਾਰ ਕੱਢ ਲੈਂਦੇ ਆ ਉਹ ਸਾਨੂੰ ਅਮਰੀਕਾ ਵਾਲੇ 65,000 ਮਿਲੀਅਨ ਡਾਲਰ ਇੰਟੈਲੀਜੈਂਸ ਤੇ ਜਿਹੜੇ ਖਰਚਦੇ ਆ ਇਹ ਕਹਿਣ ਕਿ ਸਾਨੂੰ ਪਤਾ ਹੀ ਨਹੀਂ ਸੀ। ਹਾਂਜੀ। ਇੱਕ ਪੱਤਰਕਾਰ ਤੋਂ ਕੋਲ ਕੀ ਹੁੰਦਾ, ਇੱਕ ਫੋਨ ਹੁੰਦਾ ਹੈ, ਬੜੀ ਹੱਦ ਲੈਪਟਾਪ ਕਈਆਂ ਨੇ ਲੈ ਕੇ ਦਿੱਤੇ, ਹੋਰ ਤਾਂ ਕੁਝ ਨਹੀਂ ਹੁੰਦਾ ਉਹਨਾਂ। ਹਾਂਜੀ। ਉਹਨਾਂ ਨੇ ਲੱਭ ਲਿਆ ਕਿ ਕੰਪਨੀਆਂ ਜਿਹੜੀਆਂ ਬ੍ਰੋਕਰ ਫਰਮਸ ਆ ਉਹ ਇੱਕ ਤਾਂ ਪਹਿਲਾਂ ਇੰਡੀਆ ਵਾਲਿਆਂ ਨੇ ਇੰਡੀਆ ਦੇ ਵਿੱਚ ਰਿਫਾਈਨ ਕਰਦੇ ਸੀ ਤੇਲ ਰਸ਼ੀਆ ਵਾਲਿਆਂ ਦਾ। ਹੁਣ ਇੰਡੀਆ ਦੇ ਵਿੱਚ ਜਿਹੜਾ ਤੇਲ ਰਿਫਾਈਨ ਕਰਨੇ ਆ ਉਹ ਤੇ ਲਿਖਿਆ ਤਾਂ ਹੈ ਨਹੀਂ ਵੀ ਰਸ਼ੀਆ ਵਾਲਿਆਂ ਦਾ। ਹਾਂਜੀ। ਰਸ਼ੀਆ ਦੇ ਨਾਲ ਵੈਨਜ਼ੂਏਲਾ ਦਾ ਵੀ ਹੋਣਾ, ਸਾਊਦੀ ਅਰੇਬੀਆ ਦਾ ਵੀ ਹੋਣਾ। ਤੁਸੀਂ ਕਿਹੜੀ ਬੂੰਦ ਕੱਢੋਗੇ ਜਿਹੜੀ ਰਸ਼ੀਆ ਵਾਲਿਆਂ ਦੀ ਹੈ? ਤਾਂ ਸਾਰਾ ਸ਼ਿਪ ਕਰੀ ਜਾਂਦੇ ਆ। ਆਉਂਦਾ ਅਮਰੀਕਾ ਨੂੰ ਵੀ ਆਉਂਦਾ ਤੇ ਯੂਰਪ ਨੂੰ ਵੀ ਜਾਂਦਾ ਜਿਨ੍ਹਾਂ ਨੇ ਸੈਂਕਸ਼ਨ ਲਾਏ ਆ। ਅੱਛਾ, ਹੁਣ ਉਹਨਾਂ ਨੇ ਇੱਕ ਤਰੀਕਾ ਜਿਹੜਾ ਪੱਤਰਕਾਰਾਂ ਨੇ ਦੱਸਿਆ ਇਹਨਾਂ ਨੂੰ ਵੀ ਪਤਾ ਹੋਣਾ। ਉਹ ਕਹਿੰਦੇ ਕਿ ਚਾਈਨੀਜ਼ ਕਰੰਸੀ ਦੇ ਵਿੱਚ ਉਹ ਪੇ ਕਰਦੇ ਆ ਕਿਉਂਕਿ ਜੇ US ਡਾਲਰਸ ਦੇ ਵਿੱਚ ਬੈਂਕ ਰਾਹੀਂ ਪੇਮੈਂਟ ਕਰਨ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਟ੍ਰਾਂਜੈਕਸ਼ਨਸ ਕਿਹੜੇ ਹੋਏ। ਹਾਂਜੀ। ਤੇ ਉਹਨਾਂ ਨੇ ਚਾਈਨੀਜ਼ ਕਰੰਸੀ ਯੂਜ਼ ਕੀਤੀ ਹੈ ਉਹਨਾਂ ਦਾ ਬਾਏ ਕਰਨ ਲਈ ਤੇ ਗਾਹਾਂ ਐਕਸਪੋਰਟ ਉਹ ਰਸ਼ੀਅਨ ਆਇਲ ਕਰ ਰਹੇ ਆ। ਹਾਂਜੀ। ਤੇ ਖਰੀਦ ਇਹੀ ਰਹੇ, ਅਮਰੀਕਾ ਵਾਲੇ ਖਰੀਦ ਰਹੇ ਆ। ਹਾਂਜੀ। ਤੇ ਵੈਸਟਰਨ ਯੂਰਪ ਵਾਲੇ ਖਰੀਦ ਰਹੇ ਆ। ਹਾਂਜੀ। ਤਾਂ ਤਰੀਕਾ ਇਹਨਾਂ ਨੇ ਜਿਹੜਾ ਲੱਭਿਆ। ਹੁਣ ਵੈਸੇ ਜੇ ਤੁਸੀਂ ਉਹਨਾਂ ਦੇ ਸਪੋਕਸਮੈਨ ਦੀ ਗੱਲ ਕਰਦੇ ਹੋ ਨਾ ਉਹ ਇਦਾਂ ਪੇਸ਼ ਕਰਨਗੇ ਆਪਣੇ ਨੂੰ ਕਿ PR ਦੇ ਐਕਸਪਰਟ ਆ ਉਹ ਵੀ ਹੈ ਹਾਂ ਇਦਾਂ ਹੋ ਗਿਆ ਕਿਉਂਕਿ ਇਹਨਾਂ ਨੂੰ ਪੁੱਛੇ ਵੀ ਤੁਹਾਨੂੰ ਨਹੀਂ ਪਤਾ ਲੱਗਦਾ। ਇੱਕ ਪੱਤਰਕਾਰ ਗਾਰਡੀਅਨ ਦਾ ਜਿਹੜਾ ਸੀ ਪੱਤਰਕਾਰ ਉਹਨੇ ਪਤਾ ਕਰ ਲਿਆ। ਹਾਂਜੀ। ਇੱਕ ਬੰਦੇ ਨੇ ਪਤਾ ਕਰ ਲਿਆ ਤੁਹਾਡੇ ਤੋਂ ਫੌਜ ਰੱਖੀ ਹੈ ਇੰਟੈਲੀਜੈਂਸ ਦੀ ਜੀ ਤੇ ਤੁਸੀਂ ਇਹ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਹਾਨੂੰ ਪਤਾ ਹੀ ਕੋਈ ਨਹੀਂ। ਜੀ ਡਾਕਟਰ ਸਾਹਿਬ ਦੇਖ ਲਓ ਤੁਸੀਂ ਵੈਸੇ ਵੀ ਨਾ ਹਰ ਇੱਕ ਚੀਜ਼ ਨੂੰ ਜਦੋਂ ਜਿਵੇਂ ਤੁਸੀਂ ਕਹਿੰਦੇ ਹੁੰਦੇ ਜਦੋਂ ਇਹਨਾਂ ਨੇ ਲੁਕਾਉਣਾ ਹੁੰਦਾ ਤਾਂ ਬਸ ਫਿਰ ਇਹਨਾਂ ਨੂੰ ਹੁੰਦਾ ਕਿ ਇੱਕ ਸੈਂਟੈਂਸ ਬੋਲ ਦਿਓ ਕਿ ਸਾਡੀ ਨੌਲੇਜ ਦੇ ਵਿੱਚ ਹੈ ਨਹੀਂ, ਸਾਨੂੰ ਪਤਾ ਨਹੀਂ ਹੈਗਾ ਕਿ ਵੀ ਆਰ ਲੁਕਿੰਗ ਇਨਟੂ। ਆਪਣੇ ਨਹੀਂ ਹੁੰਦੀਆਂ ਪੁਰਾਣੀਆਂ ਬੁੜੀਆਂ ਉਹ ਇਦਾਂ ਹੀ ਕਹਿੰਦੀਆਂ ਲੈ ਹਾਂ ਇਦਾਂ ਹੋ ਗਿਆ ਪਤਾ ਉਹਨਾਂ ਨੂੰ ਸਾਰਾ ਕੁਝ ਹੁੰਦਾ ਸੀ। ਹਾਂਜੀ, ਕਈ ਲੋਕੀ ਬਹੁਤ ਐਕਟ ਕਰਦੇ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਹੁੰਦਾ ਕਿ ਨਹੀਂ ਜੀ ਸਾਨੂੰ ਤਾਂ ਕੁਝ ਨਹੀਂ ਪਤਾ ਹੈਗਾ। ਡਾਕਟਰ ਸਾਹਿਬ ਹੁਣ ਗੱਲਬਾਤ ਕਰਦੇ ਹਾਂ ਸਕਾਟਿਸ਼ ਸੈਕੰਡ ਇੰਡੀਪੈਂਡੈਂਸ ਰੈਫਰੈਂਡਮ ਦੀ ਜੋ ਕਿ ਹੋਣ ਜਾ ਰਿਹਾ 19 ਅਕਤੂਬਰ 2023 ਨੂੰ। ਕੀ ਕਹਿਣਾ ਚਾਹੋਗੇ ਇਸ ਬਾਰੇ? ਇਹਦੇ ਵਿੱਚ ਪਹਿਲਾਂ ਜਿਹੜਾ ਰੈਫਰੈਂਡਮ ਕਰਾਇਆ ਸੀ ਉਹ ਤਾਂ ਹਾਰ ਗਿਆ ਸਕਾਟਲੈਂਡ ਵਾਲੇ। ਉਸ ਤੋਂ ਬਾਅਦ ਬਹੁਤ ਲੋਕਾਂ ਨੇ ਐਕਸਪਰਟਸ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਕਿਹਾ ਕਿ ਜੇ ਤੁਸੀਂ ਆਪਣਾ ਦੇਸ਼ ਸਾਂਭ ਕੇ ਰੱਖਣਾ ਹੈ ਤਾਂ ਸਾਨੂੰ ਫੈਡਰਲ ਢਾਂਚਾ ਚਾਹੀਦਾ। ਫੈਡਰਲ ਢਾਂਚੇ ਦੇ ਵਿੱਚ ਕੀ ਹੋਣਾ ਚਾਹੀਦਾ? ਤੁਹਾਡੇ ਦਾ ਸੰਵਿਧਾਨ ਹੋਣਾ ਚਾਹੀਦਾ। ਉਹਨਾਂ ਨੂੰ ਪਾਵਰਸ ਦਾ ਪਤਾ ਹੋਵੇ ਕਿ ਆਹ ਕੇਂਦਰ ਦੇ ਕੋਲ ਆ ਤੇ ਆਹ ਕੱਲੀ ਸਟੇਟ ਦੇ ਕੋਲ ਹੈ। ਹੁਣ ਉਹਨਾਂ ਨੂੰ ਕੀ ਕੀਤਾ ਹੈ ਯੂਨਿਟਰੀ ਸਿਸਟਮ ਹੈ। ਜਿਹੜੀ ਲੰਡਨ ਦੀ ਪਾਰਲੀਮੈਂਟ ਆ ਉਹਨੇ ਕਾਨੂੰਨ ਬਣਾ ਕੇ ਕੁਝ ਅਧਿਕਾਰ ਦਿੱਤੇ ਆ ਵੇਲਜ਼ ਨੂੰ, ਨਾਰਦਰਨ ਆਇਰਲੈਂਡ ਨੂੰ ਤੇ ਸਕਾਟਲੈਂਡ ਨੂੰ। ਜੇ ਕਿਸੇ ਵੀ ਦਿਨ ਉਹ ਚਾਹਣ ਤਾਂ ਉਹ ਅਧਿਕਾਰ ਵਾਪਸ ਲੈ ਸਕਦੇ। ਹੁਣ ਉਹ ਅਧਿਕਾਰ ਜਿਹੜੇ ਜੇ ਤੁਹਾਡੇ ਕੋਲ ਫੈਡਰਲ ਢਾਂਚਾ ਹੋਵੇ ਕਨਸਟੀਟਿਊਸ਼ਨ ਦੇ ਵਿੱਚ ਲਿਖੇ ਹੋਣ ਫੇਰ ਜੇ ਤੁਹਾਡੇ ਅਧਿਕਾਰ ਖੇਤਰ ਤੇ ਉਹ ਡਾਕਾ ਮਾਰਦੇ ਆ ਤੁਸੀਂ ਕੋਰਟ 'ਚ ਜਾਣ ਵਾਲੇ ਹੁੰਦੇ। ਹਾਂਜੀ। ਪਰ ਇਹ ਇੰਨੇ ਐਡਮੈਂਟ ਇੰਨੇ ਜਿੱਦੀ ਆ ਨਾ ਇਹਨਾਂ ਨੇ ਉਹਨਾਂ ਦੀ ਐਕਸਪਰਟ ਦੀ ਕੋਈ ਵੀ ਗੱਲ ਨਹੀਂ ਮੰਨੀ। ਹੁਣ ਸਕਾਟਲੈਂਡ ਵਾਲਿਆਂ ਨੇ ਦੂਜਾ ਰੈਫਰੈਂਡਮ ਲੈਣ ਦਾ। ਹੁਣ ਪਿੱਛੇ ਜਿਹਾ ਇਹਨਾਂ ਦੇ ਹੋਇਆ ਸੀ ਬ੍ਰੈਕਸਿਟ। ਹਾਂਜੀ। ਇੰਗਲੈਂਡ ਵਾਲਿਆਂ ਨੇ ਯੂਰਪੀਅਨ ਯੂਨੀਅਨ ਨੂੰ ਜਦ ਛੱਡਣਾ ਸੀ ਨਾ ਉਦੋਂ ਇਹਨਾਂ ਨੇ ਵੋਟ ਪਾਈ ਰੈਫਰੈਂਡਮ ਕਰਵਾਇਆ। ਜਿਹੜੇ ਤਾਂ ਇੰਗਲੈਂਡ ਦਾ ਇਲਾਕਾ ਆ ਪੂਰਾ ਜਿੱਥੇ ਜਿਹੜੇ ਅੰਗਰੇਜ਼ ਰਹਿੰਦੇ ਉੱਥੇ ਤਾਂ ਭਾਰੀ ਬਹੁ ਗਿਣਤੀ ਨੇ ਯੂਰਪੀਅਨ ਯੂਨੀਅਨ ਨੂੰ ਛੱਡਣ ਦੇ ਹੱਕ 'ਚ ਪਾਈ। ਪਰ ਜਿਹੜਾ ਸਕਾਟਲੈਂਡ ਦਾ ਇਲਾਕਾ ਸੀ ਇਹਨਾਂ ਦੇ ਵਿੱਚ ਭਾਰੀ ਬਹੁ ਗਿਣਤੀ ਨੇ ਯੂਰਪੀਅਨ ਯੂਨੀਅਨ ਦੇ ਨਾਲ ਸੰਬੰਧ ਰੱਖਣ ਲਈ ਵੋਟ ਪਾਈ।
ਸੋ ਹੁਣ ਕਿਆਸ ਰਾਈ ਇਹ ਲਾ ਰਹੇ ਲੋਕੀ ਕਿ ਇਸ ਗੱਲ ਤੋਂ ਦੁਖੀ ਹੋ ਕੇ, ਕਿਉਂਕਿ ਉਹ ਯੂਰਪੀਅਨ ਯੂਨੀਅਨ ਦੇ ਮੈਂਬਰ ਬਣਨਾ ਚਾਹੁੰਦੇ ਸੀ, ਹੁਣ ਵੀ ਉਹ ਚਾਹੁੰਦੇ ਕਿ ਅਸੀਂ ਆਪਣੇ ਇੱਕ ਵੱਖਰਾ ਸਟੇਟ ਲੈ ਕੇ ਤੇ ਫਿਰ ਅਸੀਂ ਯੂਰਪੀਅਨ ਯੂਨੀਅਨ ਦੇ ਮੈਂਬਰ ਬਣ ਸਕਦੇ ਹਾਂ। ਇਹ ਕਿਆਸ ਰਾਈ ਆ, ਪਤਾ ਨਹੀਂ ਉਹਨਾਂ ਨੇ ਰੈਫਰੈਂਡਮ ਦੇ ਹੱਕ ਦੇ ਵਿੱਚ ਵੋਟ ਪਾਉਣੀ ਜਾਂ ਨਹੀਂ ਪਾਉਣੀ। ਵੈਸੇ ਇੱਕ UN ਨੇ ਹੁਣ ਤਕਰੀਬਨ ਸਾਰੇ ਲਾਅ ਬਣਾਤਾ ਕਿ ਲੋਕ ਰਾਏ ਜ਼ਰੂਰ ਹੋਣੀ ਚਾਹੀਦੀ ਹੈ। ਅੱਗੇ ਹੁੰਦੇ ਸੀ ਬਹੁਤ ਸਿੰਪਲ ਜਿਹਾ ਵੀ ਤੁਹਾਡੇ ਕੋਲ ਟੈਰੀਟਰੀ ਹੈਗੀ ਆ, ਪਾਪੂਲੇਸ਼ਨ ਆ, ਗਵਰਨਮੈਂਟ ਆ, ਉਹਦੇ ਕੋਲ ਸੋਵਰਨਟੀ ਹੋਣੀ ਚਾਹੀਦੀ। ਹੁਣ ਉਹਨਾਂ ਨੇ ਲਾਤਾ ਕਿ ਹਿਊਮਨ ਰਾਈਟਸ ਦੀ ਕਲੌਜ਼ ਹੋਣੀ ਚਾਹੀਦੀ ਹੈ ਕਿ ਹਿਊਮਨ ਰਾਈਟਸ ਨੂੰ ਤੁਸੀਂ ਆਬਜ਼ਰਵ ਕਰੋ। ਦੂਸਰਾ ਵੱਡੀ ਗੱਲ ਉਹ ਹੈ ਕਿ ਰੈਫਰੈਂਡਮ ਤੋਂ ਬਿਨਾਂ ਅਸੀਂ ਨਹੀਂ ਮੰਨਦੇ ਕਿ ਤੁਸੀਂ ਵੱਖਰਾ ਰਾਜ ਕਰਾਇਆ। ਤੇ ਸਕਾਟਲੈਂਡ ਦੇ ਲੱਗਦਾ ਇਸ ਵੇਲੇ ਇੱਦਾਂ ਲੱਗਦਾ ਕਿ ਜੇ ਪਿਛਲੇ ਰੈਫਰੈਂਡਮ ਤੁਸੀਂ ਬ੍ਰੈਕਸਿਟ ਵਾਲਾ ਦੇਖਦੇ ਆ ਤਾਂ ਉਹ ਕਾਮਯਾਬ ਹੋ ਜਾਣੇ ਚਾਹੀਦੇ। ਤੇ ਜਿਹੜੇ ਕਹਿੰਦੇ ਹੁੰਦੇ ਸੀ ਕਿ ਸਾਡੇ ਰਾਜ ਦੇ ਵਿੱਚ ਸੂਰਜ ਨਹੀਂ ਛੁਪਦਾ, ਤੇ ਹੁਣ ਮੇਰਾ ਖਿਆਲ ਇਹਨਾਂ ਦੇ ਰਾਜ ਦੇ ਵਿੱਚ ਸੂਰਜ ਚੜ੍ਹਿਆ ਨਹੀਂ ਕਰਨਾ। ਹਾਂਜੀ, ਕਿਉਂਕਿ ਬਾਕੀ ਦੇ ਇੰਗਲੈਂਡ ਦੇ ਵਿੱਚ ਕਦੇ ਸੂਰਜ ਦੇਖਿਆ ਨਹੀਂ, ਜਿੱਦਾਂ ਸਾਡੇ ਵੈਨਕੂਵਰ ਵਾਲਾ ਹਾਲ ਹੈ ਨਾ, ਮੀਂਹ ਪੈਂਦਾ ਰਹਿੰਦਾ ਉੱਥੇ ਵੀ। ਹਾਂਜੀ, ਇਹ ਕੀ ਉਹ ਇਸ ਥ੍ਰੈਟ ਨੂੰ ਮੁੱਖ ਰੱਖਦੇ ਆਪਣਾ ਸਿਸਟਮ ਬਦਲਣਗੇ? ਹੁਣ ਫੇਰ ਪ੍ਰੈਸ਼ਰ ਪਾ ਰਹੇ ਐਕਸਪਰਟਸ ਵੀ ਤੁਸੀਂ ਆਪਣੇ ਦੇਸ਼ ਦੇ ਟੋਟੇ ਕਰਾਉਣ ਤੋਂ ਪਹਿਲਾਂ ਜੇ ਤੁਸੀਂ ਫੈਡਰਲ ਢਾਂਚਾ ਲਾ ਦਿਓ ਤੇ ਉਹ ਚੰਗੀ ਬਿਹਤਰੀ ਵਾਲੀ ਗੱਲ ਆ ਕਿ ਸਕਾਟਲੈਂਡ ਦੀ ਪਾਰਲੀਮੈਂਟ ਜਿਹੜੀ ਹੁਣ ਨਕਲੀ ਪਾਰਲੀਮੈਂਟ ਹੀ ਆ ਬੇਸਿਕਲੀ, ਜੇ ਲੰਡਨ ਵਾਲੀ ਪਾਰਲੀਮੈਂਟ ਨੇ ਉਹਨਾਂ ਨੂੰ ਕੋਈ ਹੱਕ ਦਿੱਤੇ ਆ ਤੇ ਉਹ ਵਰਤਦੇ ਆ, ਜੇ ਉਹਨਾਂ ਤੋਂ ਖੋਹਣੇ ਚਾਹਵੇ ਤਾਂ ਉਹ ਕਦੇ ਵੀ ਖੋਹ ਸਕਦੀ ਹੈ। ਜੇ ਸੰਵਿਧਾਨਕ ਹੱਕ ਹੋਣ ਤਾਂ ਫਿਰ ਉਹ ਖੋਹ ਨਹੀਂ ਸਕਦੀ। ਕੀ ਇਹਨਾਂ ਦੀ ਰਵੱਈਏ ਦੇ ਵਿੱਚ ਤਬਦੀਲੀ ਆਉਂਦੀ ਆ ਜਾਂ ਨਹੀਂ ਆਉਂਦੀ? ਨਹੀਂ ਤਾਂ ਰੈਫਰੈਂਡਮ ਆ ਜਾਣਾ। ਹਾਂਜੀ, ਉਹਦੇ ਵਿੱਚ ਕੀ ਹੋਣਾ ਕੀ ਨਹੀਂ ਹੋਣਾ ਇਹ ਕਿਆਸ ਰਾਈਆਂ। ਹਾਂਜੀ, ਬਿਲਕੁਲ। ਤੇ ਇਸ ਤੋਂ ਪਹਿਲਾਂ ਤੁਸੀਂ ਆਪਣਾ ਵਿਚਾਰ ਦੱਸੋ। ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਕਫਨ ਭਾਵੇਂ ਕਿੰਨਾ ਵੀ ਸੋਹਣਾ ਹੋਵੇ, ਦੇਖ ਕੇ ਕਿਸੇ ਵੀ ਇਨਸਾਨ ਦਾ ਮਰਨ ਨੂੰ ਦਿਲ ਨਹੀਂ ਕਰਦਾ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 604-592 9191 6045929191। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।